ਸੁਲਤਾਨ ਬਾਹੂ ਇੱਕ ਗੱਲ ਕਹਿੰਦੇ ਨੇ ਜੋ ਸਾਡੇ ਹੀ ਇਸ ਕੱਚੇਪਨ ਦੀ ਧਾਰਮਿਕਤਾ ਦੀ ਧੱਜੀਆਂ ਉਡਾ ਦਿੰਦੀ ਹੈ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਜਿਹੜੇ ਅਸੀਂ ਰੋਜ਼ੇ ਵਰਤ ਰੱਖਦੇ ਹਾਂ ਜਾਂ ਨਮਾਜ਼ਾਂ ਪੜ੍ਹਦੇ ਹਾਂ ਜਾਂ ਪਾਠ ਪੜ੍ਹਦੇ ਹਾਂ ਜਾਂ ਪੜ੍ਹਵਾਉਂਦੇ ਹਾਂ, ਕਿ ਇਹ ਅਸੀਂ ਖੁਦਾ ਲਈ ਕਰਦੇ ਹਾਂ ਜਾਂ ਆਪਣੀ ਹੀ ਸਮਾਜਿਕ ਨੇਕਨਾਮੀ ਲਈ ਕਰਦੇ ਹਾਂ? ਸੁਲਤਾਨ ਬਾਹੂ ਇੱਕ ਗੱਲ ਕਹਿੰਦੇ ਨੇ ਜੋ ਸਾਡੇ ਹੀ ਇਸ ਕੱਚੇਪਨ ਦੀ ਧਾਰਮਿਕਤਾ ਦੀ ਧੱਜੀਆਂ ਉਡਾ ਦਿੰਦੀ ਹੈ। ਸਮਝਣਗੇ ਉਹੀ ਜੋ ਸਮਝਣਾ ਚਾਹੁੰਦੇ ਨੇ। ਨਫਲ ਨਮਾਜ਼ਾ ਕਮ ਜਨਾਨਾ, ਰੋਜ਼ੇ ਸਰਫਾ ਰੋਟੀ, ਮੱਕੇ ਦੇ ਵੱਲ ਸੋਈ ਜਾਂਦੇ, ਘਰੋਂ ਜਿਨ੍ਹਾਂ ਤਰੋਟੀ ਹੋ। ਉਸ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਇੱਕ ਜ਼ਿੰਦਾ ਦਿਲਗਰੀ ਹੈ। ਇੰਨਾ ਸੱਚ ਬੋਲਣਾ। ਤੇ ਸੁਲਤਾਨ ਬਾਹੂ ਜੀ ਕਹਿੰਦੇ ਪਏ ਨੇ, ਸਾਫ਼ ਇੱਥੇ ਕਹਿੰਦੇ ਪਏ ਨੇ ਕਿ ਤੁਹਾਡੀ ਇਬਾਦਤ ਸਿਰਫ ਇੱਕ ਉੱਪਰਲੀ ਦਿਖਾਵਾ ਹੈ, ਕਿ ਇੱਕ ਕਮਜ਼ੋਰ ਜਨਾਨਾ ਕੰਮ ਹੈ। ਇਸ ਦੇ ਵਿੱਚ ਮਰਦਾਨਾਗਿਰੀ ਨਹੀਂ ਹੈ। ਮਰਦਾਨਗਿਰੀ ਉਹੀ ਹੈ ਜੋ ਆਪਣੇ ਹੰਕਾਰ ਨੂੰ ਮਿਟਾ ਦੇਵੇ, ਉਸ ਨੂੰ ਭਸਮ ਕਰ ਦੇਵੇ। ਉਹੀ ਅਸੀਂ ਅਸਲੀ ਮਰਦ ਹੈ। ਇਸ ਦੇ ਵਿੱਚ ਅਸਲੀ ਮਰਦਗਿਰੀ ਨਹੀਂ ਹੈ ਜੋ ਤੁਹਾਡੇ ਹੰਕਾਰ ਨੂੰ ਮਾਰ ਦੇਵੇ, ਜਲਾ ਦੇਵੇ, ਰਾਖ ਕਰ ਦੇਵੇ। ਉਹੀ ਅਸਲੀ ਮਰਦ ਹੈ, ਨਹੀਂ ਤਾਂ ਇਹ ਕਮਜ਼ੋਰ ਜਨਾਨਾ ਕੰਮ ਹੈ। ਸੁਲਤਾਨ ਬਾਹੂ ਜੀ ਕਹਿੰਦੇ ਕਿ ਤੁਸੀਂ ਰੋਜ਼ਾ ਤਾਂ ਰੱਖਿਆ, ਪਰ ਇੱਕ ਤਰ੍ਹਾਂ ਦਾ ਇਹ ਸਰਫਾ ਰੋਟੀ ਸੀ। ਯਾਨੀ ਕਿ ਸਿਰਫ ਸਰਫਾ ਰੋਟੀ ਦਾ ਨਹੀਂ, ਯਾਨੀ ਕਿ ਸਮਾਜ ਵੱਲੋਂ ਤੁਸੀਂ ਦਿਖਾ ਰਹੇ ਹੋ ਕਿ ਮੈਂ ਬੰਦਗੀ ਕਰਦਾ, ਮੈਂ ਭਗਤ ਹਾਂ। ਪਰ ਇੱਕ ਤਰ੍ਹਾਂ ਦਾ ਤੁਸੀਂ ਇੱਕ ਝੂਠ ਦੀ ਬੁੱਕਲ ਓੜ ਲਈ ਹੈ ਆਪਣੇ, ਇੱਕ ਕਬਜ਼ ਪਹਿਨ ਲਿਆ ਕਿ ਮੈਂ ਧਾਰਮਿਕ ਹੈ, ਮੈਂ ਰੋਜ਼ੇ ਰੱਖਦਾ, ਮੈਂ ਨਮਾਜ਼ ਪੜ੍ਹਦਾ, ਮੈਂ ਪਾਠ ਕਰਦਾ, ਮੈਂ ਵਰਤ ਰੱਖਦਾ। ਜਿਹੜੇ ਲੋਕ ਇਹ ਧਾਰਮਿਕ ਚੀਜ਼ਾਂ ਉਠਾਈ ਘੁੰਮਦੇ ਨੇ, ਸ਼ੁਭ ਯਾਤਰਾਵਾਂ ਕੱਢਦੇ ਫਿਰਦੇ ਨੇ, ਝੰਡੇ ਉਠਾਈ ਫਿਰਦੇ ਨੇ ਔਰ ਵਰਤ ਰੱਖਦੇ ਨੇ, ਜਾਂ ਜਿਹੜੇ ਨਹੀਂ ਵੀ ਵਰਤ ਰੱਖਦੇ, ਜਿਹੜੇ ਧਾਰਮਿਕ ਨਿਯਮ ਕਾਇਦੇ ਲੈ ਕੇ ਚੱਲਦੇ ਨੇ, ਇਹ ਸਭ ਉਹੀ ਆ ਜਿਸ ਨੂੰ ਸੁਲਤਾਨ ਬਾਹੂ ਜੀ ਕਹਿੰਦੇ ਨੇ ਕਿ ਸਰਫਾ ਰੋਟੀ। ਜਿਸ ਤਰ੍ਹਾਂ ਸੁਲਤਾਨ ਬਾਹੂ ਕਹਿ ਰਹੇ ਨੇ, ਨਫਸ ਨਮਾਜ਼ਾ ਕਮ ਜਨਾਨਾ, ਰੋਜ਼ੇ ਸਰਫਾ ਰੋਟੀ, ਕਿ ਇਹ ਸਿਰਫ ਜਨਾਨਾ ਕੰਮ ਹੈ, ਯਾਨੀ ਕਿ ਇੱਕ ਕਮਜ਼ੋਰ ਬੰਦੇ ਦਾ ਕੰਮ। ਸ਼ੋਰ ਮਚਾਉਣਾ ਧਰਮ ਦੇ ਨਾਂ 'ਤੇ, ਜੋ ਵੀ ਅਸੀਂ ਸ਼ੋਰ ਮਚਾਉਂਦੇ ਪਏ ਧਰਮ ਦੇ ਨਾਂ 'ਤੇ, ਕਿ ਅਸਲੀ ਜੋ ਮਰਦ ਹੋ ਗਿਆ ਹੈ, ਅਸਲੀ ਜੋ ਹੋਸ਼ ਵਿੱਚ ਆ ਗਿਆ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦਾ। ਉਹਨੂੰ ਇਸ ਕਵਜ਼ ਦੀ ਲੋੜ ਨਹੀਂ ਪੈਂਦੀ, ਦਿਖਾਵੇ ਦੀ ਲੋੜ ਨਹੀਂ ਪੈਂਦੀ। ਫਿਰ ਉਹ ਕਹਿ ਰਹੇ ਨੇ ਕਿ ਮੱਕੇ ਦੇ ਵੱਲ ਸੋਈ ਜਾਂਦੇ, ਘਰੋਂ ਜਿਨ੍ਹਾਂ ਤਰੋਟੀ। ਸੁਲਤਾਨ ਬਾਹੂ ਜੀ ਕਹਿੰਦੇ ਨੇ ਕਿ ਇਹਨਾਂ ਤੀਰਥਾਂ 'ਤੇ, ਇਹਨਾਂ ਮੰਦਰਾਂ, ਗੁਰਦੁਆਰੇ, ਮਸੀਤਾਂ ਵੱਲ, ਇਹਨਾਂ ਤੀਰਥਾਂ 'ਤੇ ਉਹੀ ਜਾਂਦੇ ਨੇ ਜਿਹੜੇ ਆਪਣੇ ਅੰਦਰੋਂ, ਘਰੋਂ ਜਿਨ੍ਹਾਂ ਦੇ ਸੱਚ ਨਹੀਂ ਹੈਗਾ, ਜਿਨ੍ਹਾਂ ਦੇ ਅੰਦਰ ਸੱਚ ਨਹੀਂ ਹੈਗਾ, ਇਸ਼ਕ ਨਹੀਂ ਹੈਗਾ, ਕਿ ਮੱਕੇ ਵੱਲ ਨੂੰ, ਤੀਰਥਾਂ ਵੱਲ ਨੂੰ ਉਹੀ ਭੱਜਦੇ ਨੇ। ਘਰ ਜਿਨ੍ਹਾਂ ਦੇ ਤਰੋਟੀ, ਕਿ ਜਿਨ੍ਹਾਂ ਦੇ ਘਰ 'ਚ ਕਮੀ ਹੈ, ਉਸ ਪਿਆਰ ਦੀ, ਉਸ ਸੱਚ ਦੀ ਕਮੀ ਹੈ, ਕਿ ਉਹੀ ਬਾਹਰ ਫਿਰ ਗੁੰਮਰਾਹ ਹੋਈ ਫਿਰਦੇ ਨੇ, ਸ਼ੋਰ ਮਚਾਉਂਦੇ ਨੇ, ਭੱਜੇ ਫਿਰਦੇ ਨੇ। ਕਿ ਜਿਸ ਦੇ ਘਰ ਵਿੱਚ ਹੀ, ਉਸ ਦੇ ਹਿਰਦਿਆਂ ਵਿੱਚ ਹੀ ਉਹ ਇਸ਼ਕ ਪੈਦਾ ਹੋ ਗਿਆ, ਉਹ ਸੱਚ ਪੈਦਾ ਹੋ ਗਿਆ, ਅਦਵੈਤ ਹੋ ਗਿਆ, ਦੋ ਦਾ ਭਾਵ ਮਿਟ ਗਿਆ, ਉਸ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਪੈਂਦੀ। ਜਿਸ ਨੂੰ ਅੰਦਰ ਆਪਣੇ ਇਸ਼ਕ ਦੀ ਬੂਟੀ ਨਹੀਂ ਲੱਭੀ, ਉਹ ਫਿਰ ਬਾਹਰ ਭਟਕਦਾ ਹੈ। ਔਰ ਜੇ ਇਸ ਦੇ ਅੰਦਰ ਹੋ ਗਿਆ, ਉਹ ਛੱਡ ਕੇ ਫਿਰ ਬਾਹਰ ਨਹੀਂ ਕਦੀ ਭੱਜ ਸਕਦਾ। ਜਿਸ ਦੇ ਅੰਦਰ ਹੀ ਸਭ ਕੁਝ ਹੈ, ਇਸ਼ਕ ਹੋ ਗਿਆ, ਉਹ ਸੱਚ ਹੋ ਗਿਆ, ਪ੍ਰਗਟ ਹੋ ਗਿਆ, ਸਮਝ ਆ ਗਈ ਹੈ, ਦਵੈਤ ਦਾ ਭਾਗ ਚਲੇ ਗਿਆ, ਅਦਵੈਤ ਹੋ ਗਿਆ, ਉਹਨੂੰ ਫਿਰ ਬਾਹਰ ਭੱਜਣ ਦੀ ਲੋੜ ਨਹੀਂ ਰਹਿੰਦੀ। ਬਾਹਰ ਉਹ ਇਸ ਲਈ ਨਹੀਂ ਜਾਂਦੇ ਕਿ ਉਹਨਾਂ ਨੂੰ ਆਪਣੇ ਧਰਮ ਨਾਲ, ਆਪਣੇ ਗੁਰੂ ਨਾਲ ਇਸ਼ਕ ਆ। ਉਹ ਇਸ ਲਈ ਜਾਂਦੇ ਕਿ ਅੰਦਰ ਬਹੁਤ ਕਮੀ ਆ, ਅਜੇ ਸੱਚ ਨਾ ਕੋਈ ਮਿਲਨ ਨਹੀਂ ਹੋਇਆ, ਉਹ ਪਿਆਰ, ਉਹ ਇਸ਼ਕ ਪੈਦਾ ਨਹੀਂ ਹੋਇਆ ਅਜੇ ਦੇਹ ਭਾਵ ਵਿੱਚ ਹੀ ਜੀਂਦੇ ਨੇ। ਕਿਉਂਕਿ ਸਾਡੇ ਸੰਤ ਕਹਿੰਦੇ ਆ, ਦੇਹ ਦਾ ਤੀਰਥ ਨਹੀਂ ਹੁੰਦਾ। ਜਦੋਂ ਤੁਸੀਂ ਆਪਣੇ ਸੈਂਟਰ 'ਚ ਆ ਜਾਂਦੇ ਆ, ਉਦੋਂ ਅਸਲੀ ਤੀਰਥ ਹੁੰਦਾ, ਅਸਲੀ ਜਗ੍ਹਾ 'ਤੇ ਆ ਜਾਂਦੇ ਤੁਸੀਂ, ਜੋ ਸੱਚ ਨਾਲ ਜੁੜ ਜਾਂਦੇ ਹੋ। ਫਿਰ ਉਹਨਾਂ ਨੂੰ ਇਹ ਜ਼ਰੂਰਤ ਨਹੀਂ ਰਹਿੰਦੀ ਜੋ ਅਸੀਂ ਕਰਦੇ ਹਾਂ, ਕਿ ਦੁਨੀਆ ਨੂੰ ਦਿਖਾਉਣਾ ਅਸੀਂ ਧਾਰਮਿਕ ਹਾਂ,
रीति रिवाज कर्म कांड करके। और साढ़े संतां ने, साढ़े सूफियां ने इस दिखावे दे धर्म की धज्जियां उड़ा दी। पर लोग फिर भी उन्हां दे नां ते ही झंडे उठाई फिरदे ने जिन्हां ने इन्हां दी धज्जियां उड़ा दित्तियां। वो साफ सानू साड़ी मूर्खता दिखा रहे हैं। और फिर भी साढ़े अंदर चोट नहीं लग रही कि असी किते झूठे हाँ, कि असी किते झूठ ना जुड़े हुए हैं। कि खुद तो बचना एक तरह का सरफा रोटी करना, इसका मतलब कि रोटियां बचाना नहीं है, उन्होंने गहरे मीनिंग है कि अपने आप तो बचना एक तरह का। फिर वो बाहर नूं बचदा कि दिखाने लिए मैं धार्मिक है, कि कोई असली दिखा नहीं हो रहा, उनको है नहीं हजे असली। जिस तरह सुल्तान बाहू जी कह रहे हैं, उसी तरह बाबा बुल्ले शाह भी कह रहे हैं, रोजे रख रख चिकड़ कीता, सिर पर भार उठाया, मत्थे रगड़ रगड़ दाग बनाया, पर रब दा भेद ना पाया, मक्के गया गल मुक्ति ना ही, जचरों दिल की गल ना मुकाई, गंगा गया पाप न चढ़ते, भावें 100 गोते खाई, गया गया क्यामत आई, उस दिल दी गल ना मुकाई। बुल्ले शाह जे दिल विच मिल जावे तो सब मुक गई चुतराई। उस समय विच इस तरह सच बोलना एक जिंदा दिलगिरी है। इसे करके साढ़े संतां सूफियां नूं इन्नी पीड़ा सहनी पई कि वो खुल के सच बोलते सी। जिन्ना साढ़े सूफियां और संतां ने सच बोलिया, उन्ना सच ये दुनिया कित्थे बोलती है। तो सच तो बच बच के लंघदी है, झूठ की बुक्कल ओढ़ के सब कुछ करती फिरती है। बाबा बुल्ले शाह कहते हैं कि एक चिक्कड़ का भार है जो तुसीं सिर ते चुक्या होया है, रीति रिवाजां दा, रस्मां निभाउण दा। जिस तरह असीं गुरुद्वारे मंदिर मस्जिद भज्जे जाते हैं, पर साडा हंकार कदी नहीं खत्म हुंदा। दूसरिਆਂ ਨੂੰ ਅਸੀਂ किस तरह नीचा दिखाते हैं, दूसरे धर्म ਨੂੰ नीचा दिखाते हैं, हर चीज़ 'ਚ ਅਸੀਂ दूसरे ਨੂੰ थल्ले खिचते हैं और अपने ਨੂੰ हर वेले ਉੱਚਾ खिच के दिखाते हैं। किसी ਨੂੰ सोने 'ਚ मड़ के, किसी ਨੂੰ कुछ मड़ के, किसी ਨੂੰ बड़े दिखा के, क्योंकि उस तरह जिस तरह असल 'ਚ बड़ा होना हुंदा इंसान ने, आत्मा के तल ते जदों जीना हुंदा, वो नहीं साढ़े फिर वो काबलियत नहीं हुंदी। तो फिर असी इस तरह बाहरी दिखावे ना असी सजा के पेश करते अपने झूठ नूं, दूसरिਆਂ दी नज़रां विच बड़ा दिखाते हैं। उसनूं साढ़े बाबा बुल्ले शाह चिक्कड़ कहते हैं। फिर असी रीति रिवाज रस्मां करके असी अपने आप नूं बड़ा दिखाते हैं। तो बाबा बुल्ले शाह कहते चिक्कड़ आ जो असी धार्मिक क्रियावां करते हैं, सारे रोजे भरत, ये रीति रिवाज जो भी असी करते हैं, इन्ने बजे आ करना, उन्ने बजे आ करना, ये सब कहते बेफजूली का भार सिर ते चुक्या होया है। कि इंसान रोजे रखता, व्रत रखता, रीति रिवाज करता, पर अंदरों कदी नहीं बदलता। ये करके दूसरिਆਂ ਨੂੰ सामने होर हंकार ਵੱਜ ਜਾਂਦਾ, ये करके दूसरिਆਂ ਨੂੰ दिखाता कि मैं देख किन्ना धार्मिक हाँ, किन्ना चंगा इंसान हाँ। मैं सवेरे उठ के मंदिर जाना, मैं गुरुद्वारे जाना, मैं मत्था टेकदा, मैं पाठ करदा, मैं नमाज पढ़दा, मैं व्रत रखदा, मैं रोजे रखदा, मैं भुखा रहना सारा दिन। ये करके एक होर हंकार पैदा हो जाता। वो फिर दूसरे नूं नीचा दिखाता जिहड़ा नहीं मंदिर गुरुद्वारे जाता, मस्जिद जाता। पर बाबा बुल्ले शाह कहते उन्होंने कोई किस तरह समझा सकता जिसनों घर विच बूटी लभ गई है, घर विच ही लभ गया, उन्होंने बाहर की तोड़ खत्म हो गई है। फिर बाबा बुल्ले शाह कहते जा जा बड़दा मंदिर मसीता, कभी मन अपने विच वड़िया नहीं। कि फिर वो कहते आ मंदिर मसीतां विच जा जा के तू भज के वड़दा, सदियां हो गई तेनों वड़दे नूं, पीढ़ी दर पीढ़ी तू वड़दा रहा, पर कदी तू जागया भी हाँ, कदी तू असलीयत नूं भी जाणिया कि इन्हां मंदिरां इन्हां मस्जिदां विच रोबदार ठेकेदार बिठाए ने, उन्हां दे अनुसार सब कुछ उत्थे हुंदा। उत्थे असली इश्क नहीं हैगा, उत्थे जाति दा इश्क आ, उत्थे मैं मेरी दा इश्क आ, जो पूरा नकली है, नींव ही पूरी नकली खड़ी है। सब अपना अपना
ਝੰਡਾ, ਆਪਣੀ ਆਪਣੀ ਸ਼ੋਹਰਤ, ਆਪਣਾ ਆਪਣੇ ਨੂੰ ਬੜਾ ਖਿੱਚ ਕੇ ਕਰਨ ਲੱਗੇ ਉੱਥੇ। ਉਹ ਕਹਿੰਦਾ ਉੱਥੇ ਤੈਨੂੰ ਉਹ ਇਸ਼ਕ ਦਾ ਪਿਆਲਾ ਨਹੀਂ ਮਿਲ ਸਕਦਾ। ਭਾਵੇਂ ਤੇਰੇ ਅੰਦਰ ਹੰਕਾਰ ਪੈਦਾ ਹੋ ਗਿਆ ਕਿ ਮੈਂ ਧਾਰਮਿਕ ਹੈ, ਮੈਂ ਮੰਦਰ ਜਾਂਦਾ, ਮੈਂ ਰੋਜ਼ੇ ਰੱਖਦਾ, ਮੈਂ ਵਰਤ ਰੱਖਦਾ, ਮੈਂ ਸਾਰੇ ਇਹੋ ਕਰਮ ਕਾਂਡ ਕਰਦਾ, ਪਰ ਇਹ ਕਰਦੇ ਹੋਏ ਵੀ ਤੂੰ ਜੋ ਅਸਲੀਅਤ ਆ ਉਸ ਨੂੰ ਤਾਂ ਤੂੰ ਜਾਣਦਾ ਹੀ ਨਹੀਂ। ਕਿ ਇਹ ਕਰਦੇ ਕਰਦੇ ਤੇਰੇ ਮੱਥੇ 'ਤੇ ਨਿਸ਼ਾਨ ਪੈ ਗਏ ਨੇ, ਕਸ ਗਏ ਨੇ। ਮੱਥੇ ਰਗੜ ਰਗੜ ਦਾਗ ਬਣਾਇਆ ਪਰ ਰੱਬ ਦਾ ਭੇਦ ਨਾ ਪਾਇਆ। ਤੇ ਬਾਬਾ ਬੁੱਲੇ ਸ਼ਾਹ ਕਹਿੰਦੇ ਕਿ ਤੂੰ ਮੱਥੇ ਰਗੜ ਰਗੜ ਕੇ, ਇਹ ਬਾਹਰੀ ਦਿਖਾਵੇ ਕਰ ਕਰਕੇ ਤੇ ਇੱਕ ਇਨਸਾਨ ਨਿਸ਼ਾਨ ਪਾ ਲਿਆ ਆਪਣੇ ਆਪ 'ਤੇ ਕਿ ਤੈਨੂੰ ਹੁਣ ਅਸਲੀਅਤ ਦਾ ਕੋਈ ਪਤਾ ਨਹੀਂ। ਅਸਲੀਅਤ ਲੁਕ ਗਈ ਆ ਇਸ ਕਰਮ ਕਾਂਡ ਦੇ ਥੱਲੇ, ਔਰ ਤੈਨੂੰ ਇੰਨਾ ਮੋਹ ਹੋ ਗਿਆ ਇਹਨਾਂ ਨਾਲ ਕਰਮ ਕਾਂਡਾਂ ਨਾਲ, ਇਸ ਨਿਯਮ ਵਿੱਚ ਚੱਲਣੇ ਦਾ, ਕਿ ਚਾਹ ਕੇ ਵੀ ਕੋਈ ਨਹੀਂ ਹਟਾ ਸਕਦਾ ਇਹਨਾਂ ਨੂੰ। ਜੋ ਵੀ ਕੋਈ ਕਹੇਗਾ ਉਹ ਸਾਨੂੰ ਬੁਰਾ ਲੱਗੇਗਾ। ਬਹੁਤ ਦੁੱਖ ਦਿੰਦਾ ਫਿਰ ਇਨਸਾਨ ਤੁਹਾਨੂੰ ਜੋ ਅਸਲੀਅਤ 'ਤੇ ਉਂਗਲੀ ਰੱਖ ਦੇਵੇ। ਇਸੇ ਕਰਕੇ ਸਾਡੇ ਸੰਤਾਂ, ਸਾਡੇ ਸੂਫੀਆਂ ਨੂੰ ਜੋ ਦੁੱਖ ਸਹਿਣੇ ਪਏ ਆ, ਉਹ ਸਹਿਣੇ ਪਏ ਇਸ ਕਰਕੇ ਨਹੀਂ ਕਿ ਉਹ ਬੁਰੇ ਸੀ, ਉਹ ਸੱਚ ਬੋਲਦੇ ਸੀ ਖੋਲ ਕੇ। ਉਹ ਜਨਾਨਾ ਨਹੀਂ, ਉਹ ਮਰਦਾਨਾ ਕੰਮ ਕਰਦੇ ਸੀ। ਪਰ ਬਾਬਾ ਬੁੱਲੇ ਸ਼ਾਹ ਕਹਿੰਦੇ ਤੁਸੀਂ ਉਹ ਰੱਬ ਦਾ ਭੇਦ ਨਹੀਂ ਪਾਇਆ, ਉਸ ਪਰਮਾਤਮਾ ਦਾ ਭੇਦ ਨਹੀਂ ਪਾਇਆ। ਕਿ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਇਹਨਾਂ ਤੀਰਥਾਂ 'ਤੇ ਜਾਣਾ, ਇਸ ਯਾਤਰਾ 'ਤੇ ਜਾਣਾ ਸਭ ਬੇਕਾਰ ਆ ਜਿੰਨਾ ਚਿਰ ਤੁਸੀਂ ਅੰਦਰ ਦਾ ਮੱਕਾ ਨਹੀਂ ਲੱਭਿਆ, ਅੰਦਰ ਦਾ ਤੀਰਥ ਨਹੀਂ ਤੁਹਾਨੂੰ ਲੱਭਾ, ਅੰਦਰ ਦੀ ਗੰਗਾ ਦੇ ਵਿੱਚ ਡੁਬਕੀ ਨਹੀਂ ਲਾਈ, ਇਹ ਮਨ ਨਹੀਂ ਸਾਫ਼ ਕੀਤਾ। ਜਦ ਤੱਕ ਦਿਲ ਦੀ ਗੱਲ ਨਾ ਮੁੱਕੀ, ਆਪਣੇ ਅੰਦਰ ਦਾ ਹੰਕਾਰ ਨਹੀਂ ਜਦ ਤੱਕ ਖਤਮ ਹੋਇਆ, ਇਹ ਦੁਵੇਦ ਦੋ ਦਾ ਭਾਵ ਨਹੀਂ ਗਿਆ, ਮੱਕੇ ਗਿਆ ਗੱਲ ਮੁਕਤੀ ਨਾ ਹੈ। ਕਿ ਇਹਨਾਂ ਯਾਤਰਾਵਾਂ 'ਤੇ ਜਾਣਾ, ਇਹਨਾਂ ਤੀਰਥਾਂ 'ਤੇ ਜਾਣਾ, ਮੱਕੇ ਜਾਣਾ, ਅਤੇ ਇਹ ਫਿਰ ਇੱਕ ਮਨੋਰੰਜਨ ਬਣ ਕੇ ਰਹਿ ਜਾਂਦਾ ਕਿ ਉੱਥੇ ਜਾਣ ਨਾਲ ਗੱਲ ਖਤਮ ਨਹੀਂ ਹੁੰਦੀ, ਤਾਂ ਖੁਦ ਨੂੰ ਮਿਟਾਣੇ ਨਾਲ ਖਤਮ ਹੁੰਦੀ ਹੈ ਗੱਲ। ਕਿ ਜਦ ਤੱਕ ਦਿਲ ਦੀ ਗੱਲ ਨਾ ਮੁੱਕੀ, ਇਹ ਦਿਲ ਦਾ ਹੰਕਾਰ ਨਾ ਜਿਹੜਾ ਮੁੱਕਿਆ, ਜਿਹੜਾ ਸਾਡੇ ਅੰਦਰ ਅਸੀਂ ਹੁੱਬੇ ਫਿਰਦੇ ਹਾਂ ਕਿ ਅਸੀਂ ਇਸ ਧਰਮ ਦੇ, ਅਸੀਂ ਉਹ ਹਾਂ, ਅਸੀਂ ਉਹ ਹਾਂ, ਇਹ ਆ ਉਹ ਜਿੰਨਾ ਚਿਰ ਨਹੀਂ ਗਿਆ। ਹਰ ਗੱਲ 'ਚ, ਸਿਰਫ ਧਰਮ ਦੇ ਤੌਰ 'ਤੇ ਨਹੀਂ, ਹਰ ਗੱਲ 'ਚ ਤੁਸੀਂ ਇੱਕ ਭਾਵ 'ਚ ਆ ਜਾਂਦੇ ਹੋ ਕਿ ਇਸ ਸਰੀਰ ਲੈ ਕੇ ਤੁਸੀਂ ਹਜ਼ਾਰਾਂ ਮੀਲ ਦੂਰ ਮੱਕੇ ਜਾ ਸਕਦੇ ਹੋ, ਤੀਰਥਾਂ 'ਤੇ ਜਾ ਸਕਦੇ ਹੋ। ਲੇਕਿਨ ਜਦੋਂ ਤੱਕ ਤੁਹਾਡਾ ਆਪਣਾ ਮੈਂ ਹੰਕਾਰ ਨਹੀਂ ਮੁੱਕਦਾ, ਤੁਸੀਂ ਉੱਥੇ ਦੇ ਉੱਥੇ ਖੜ੍ਹੇ ਹੋ। ਉਹ ਯਾਤਰਾ ਇੱਕ ਸਿਰਫ ਮਨੋਰੰਜਨ ਸੀ। ਕਬੀਰ ਸਾਹਿਬ ਕਹਿੰਦੇ ਆਤਮ ਗਿਆਨ ਬਿਨਾਂ ਨਰ ਭਟਕੇ, ਕੋਈ ਮਧੁਰਾ ਕੋਈ ਕਾਸ਼ੀ। ਜਿਸ ਤਰ੍ਹਾਂ ਜਾਤੀ, ਧਰਮ, ਸਾਰੀਆਂ ਪਹਿਚਾਨਾਂ ਤੋਂ ਅਸੀਂ ਕਦੀ ਮੁਕਤ ਨਹੀਂ ਹੁੰਦੇ। ਕਿ ਸਾਡੀ ਸਾਰੀ ਉਮਰ ਇਹਨਾਂ ਤੀਰਥਾਂ 'ਤੇ ਬੀਤ ਜਾਂਦੀ ਆ, ਇਹਨਾਂ ਰੀਤੀ ਰਿਵਾਜਾਂ 'ਚ ਬੀਤ ਜਾਂਦੀ ਆ, ਇਸ ਘੁੰਮਣ ਘੇਰੀ 'ਚ, ਕਿ ਹਮ ਸੱਜ ਵੱਜ ਕੇ ਅਸੀਂ ਕਿਸ ਤਰ੍ਹਾਂ ਇਹਨਾਂ ਤੀਰਥਾਂ 'ਤੇ ਪਹੁੰਚ ਜਾਂਦੇ ਹਾਂ। ਇੰਨਾ ਖਰਚਾ ਵੀ ਕਰਦੇ ਆ, ਪਰ ਫਿਰ ਵੀ ਸਾਨੂੰ ਰੱਬ ਨਹੀਂ ਮਿਲਦਾ, ਉਸ ਦਾ ਭੇਦ ਨਹੀਂ ਸਾਨੂੰ ਪਤਾ ਲੱਗਦਾ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਗੰਗਾ ਗਿਆ ਪਾਪ ਨਾ ਚੜ੍ਹਦੇ, ਭਾਵੇਂ 100 ਗੋਤੇ ਖਾਈਏ। ਕਿ ਗੰਗਾ 'ਚ ਜਾ ਕੇ ਭਾਵੇਂ 100 ਵਾਰੀ ਗੋਤੇ ਖਾਇਆ, 100 ਵਾਰੀ ਨਾਲਾ, ਪਰ ਫਿਰ ਵੀ ਮਨ ਦੀ ਮੈਲ ਨਹੀਂ ਜਾਂਦੀ, ਇਹ ਨਹੀਂ ਚੜ੍ਹਨੀ, ਮਨ ਦੀ ਮੈਲ ਨਹੀਂ ਚੜ੍ਹਦੀ। ਇਹ ਸਿਰਫ ਹੋਸ਼ ਨਾਲ ਚੜ੍ਹ ਸਕਦੀ ਹੈ, ਸਾਖਸ਼ੀ ਹੋ ਕੇ ਚੜ੍ਹ ਸਕਦੀ ਹੈ, ਪਰ ਉਹ ਅਸੀਂ ਨਹੀਂ ਹੋਣਾ ਚਾਹੁੰਦੇ। ਇਹ ਸਿਰਫ ਇੱਕ ਸਮਾਂ ਬਰਬਾਦ ਕਰਨਾ ਆਪਣਾ। ਸਾਡੇ ਪਾਪ ਘੱਟ ਹੋਣ ਦੀ ਬਜਾਏ ਵੱਧ ਗਏ, ਤੁਸੀਂ ਖੁਦ ਤੋਂ ਹੋਰ ਦੂਰ ਚਲੇ ਗਏ। ਗਲਤ ਦਾ ਸਾਥ ਦੇ ਕੇ ਹੋਰ ਗਲਤ ਕਰ ਲਿਆ, ਆਪਣੇ ਮਨ ਨੂੰ ਹੋਰ ਮੈਲਾ ਕਰ ਲਿਆ। ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਸਾਡਾ ਮਨ ਕਿੰਨਾ ਮੈਲਾ ਹੈ? ਜਦੋਂ ਆਪਾਂ ਕਰਦੇ ਹਾਂ ਕਿ ਮੇਰਾ ਧਰਮ ਹੈ ਆ, ਤੇਰਾ ਧਰਮ ਹੈ ਆ, ਮੇਰੀ ਜਾਤੀ ਆ, ਤੇਰੀ ਜਾਤੀ ਉਹ, ਆਪਣੇ ਨੂੰ ਹੰਕਾਰ ਨੂੰ ਹੋਰ ਉੱਚਾ ਕਰਦੇ ਹਾਂ, ਇਹ ਉਨੀ ਹੀ ਗਹਿਰੀ ਮੈਲ ਆ। ਇਹ ਹਰ ਤਰਫ ਹੋ ਰਿਹਾ, ਹਰ ਦੇਸ਼, ਹਰ ਧਰਮ 'ਚ ਹੋ ਰਿਹਾ, ਇੱਕ ਨੂੰ ਦੂਸਰੇ ਨੂੰ ਨੀਚਾ ਦਿਖਾਉਣਾ। ਜਦੋਂ ਇਹ ਸਾਰੀ ਸਮਝ ਆ ਜਾਂਦੀ ਆ, ਸਾਰੇ ਧਰਮ, ਸਾਰੀ ਜਾਤੀ, ਸਾਰਾ ਕੁਝ, ਦੇਸ਼ ਵੇਸ਼, ਸਾਰੀਆਂ ਲਕੀਰਾਂ ਮਿਟ ਜਾਂਦੀਆਂ,
साढ़े बाबा बुल्ले शाह ने इस बारे बहुत साफ किया कि मैं भुला की जाना, मैं ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਹਿ ਦਿਆ, ਮੈਂ ਆ ਵੀ ਨਹੀਂ, ਮੈਂ ਉਹ ਵੀ ਨਹੀਂ, ਮੈਂ ਉਹ ਵੀ ਨਹੀਂ, ਮੈਂ ਉਹ ਵੀ ਨਹੀਂ, ਮੈਂ ਉਹ ਵੀ ਨਹੀਂ, ਜਿਸ ਨੂੰ ਸਾਡੇ ਕਹਿ ਦਿੰਦੇ ਨੀਤੀ ਨੀਤੀ ਨੀਤੀ, ਸਭ ਨੂੰ ਨਕਾਰ ਦਿੱਤਾ ਕਿ ਮੈਂ ਉਹ ਨਹੀਂ। ਜਦੋਂ ਨਕਾਰਨ ਤੋਂ ਬਾਅਦ ਜੋ ਬਚਦਾ ਉਹ ਤੁਸੀਂ ਹੋ, ਉਸ ਨੂੰ ਸਾਡੇ ਬੁੱਧ ਕਹਿ ਦਿੰਦੇ ਸ਼ੂਨਿਆ, ਵਾਪਸ ਸ਼ੂਨਿਆ ਸ਼ੂਨਿਆ ਸਮਾ ਜਾਣਾ, ਮੌਨ ਮੌਨ ਵਿੱਚ ਸਮਾ ਗਿਆ। ਪਰ ਅਸੀਂ ਬਹੁਤ ਸਾਰੇ ਆਕਾਰ ਬਣਾ ਲਏ ਨੇ, ਬਹੁਤ ਸਾਰੀਆਂ ਪਹਿਚਾਣਾਂ ਬਣਾ ਲਈਆਂ ਨੇ, ਜਿਸ ਨੇ ਇਹ ਦੂਰੀ ਕਰ ਦਿੱਤੀ ਹੈ। ਸੱਚ ਝੂਠ ਨੇ ਸਾਨੂੰ ਦੂਰ ਕਰ ਦਿੱਤਾ, ਝੂਠੀਆਂ ਪਹਿਚਾਣਾਂ ਨੇ। ਫਿਰ ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਗਿਆ ਗਿਆ ਕਿਆਮਤ ਆਈ, ਅਸੀਂ ਦਿਲ ਦੀ ਗੱਲ ਨਾ ਮੁਕਾਈ। ਕਿ ਗਿਆ ਗਿਆ, ਕਦੀ ਉੱਥੇ ਜਾ, ਕਦੀ ਉੱਥੇ ਜਾ, ਕਦੀ ਆ ਕਰ, ਕਦੀ ਉਹ ਕਰ, ਕਰਮ ਕਾਂਡ, ਰੀਤੀ ਰਿਵਾਜ, ਰੋਜ਼ੇ ਵਰਤ, ਨਮਾਜ਼ਾਂ, ਪਾਠ ਪੂਜਾ, ਇਹ ਸਭ ਕੁਝ ਕਰਦੇ ਕਰਦੇ ਕਿਆਮਤ ਆ ਗਈ ਹੈ, ਆਖਰਕਾਰ ਮੌਤ ਆ ਗਈ ਹੈ, ਅੰਤ ਆ ਗਿਆ ਸਾਡਾ ਆਪਣਾ। ਪਰ ਅਸੀਂ ਉੱਥੇ ਨਹੀਂ ਆਏ ਜਿੱਥੇ ਸਾਨੂੰ ਆਉਣਾ ਚਾਹੀਦਾ ਸੀ। ਦੇਖੀ ਕਿੱਦਾਂ ਭੀੜ ਹੁੰਦੀ ਹੈ ਧਾਰਮਿਕ ਸਥਾਨਾਂ 'ਤੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਸਾਰੇ ਧਰਮਾਂ 'ਚ ਕਿਸ ਤਰ੍ਹਾਂ ਭੀੜ ਹੁੰਦੀ ਆ। ਪੀੜ੍ਹੀ ਦਰ ਪੀੜ੍ਹੀ ਬਸ ਉਹੀ ਰਿਪੀਟ ਕਰ ਰਹੇ ਨੇ, ਕਰ ਰਹੇ ਨੇ, ਕਰ ਰਹੇ ਨੇ, ਕਰ ਰਹੇ ਨੇ। ਔਰ ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ ਕੋਈ ਸੀ ਸਾਡਾ ਬਿਰਲਾ ਉਸ ਦੇ ਵਿੱਚੋਂ ਜਗ ਗਿਆ, ਉਸਦੇ ਸਾਰੇ ਝੰਜੜ ਖਤਮ ਹੋ ਜਾਂਦੇ ਨੇ। ਕਿ ਕਿਆਮਤ ਆ ਗਈ ਆ, ਮੌਤ ਸਿਰ 'ਤੇ ਆ ਗਈ ਆ। ਬੇਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਹਜੇ ਵੀ ਵਾਰੀ ਰਸਮਾਂ, ਰੀਤੀ ਰਿਵਾਜਾਂ, ਦਿਖਾਵੇ ਵਿੱਚ ਹੀ ਉਲਝੇ ਹੋਏ ਹਾਂ। ਅਸੀਂ ਉਸ ਦਿਲ ਦੀ ਗੱਲ ਤਾਂ ਮੁਕਾਈ ਨਹੀਂ, ਉਸ ਦਿਲ ਨੂੰ ਸਾਫ਼ ਨਹੀਂ ਕੀਤਾ, ਉਸ ਹੰਕਾਰ ਨੂੰ ਨਹੀਂ ਅਸੀਂ ਮਿਟਾਇਆ, ਉਸ ਸੱਚ ਨੂੰ ਨਹੀਂ ਅਸੀਂ ਪਾਇਆ। ਪਰ ਅਸੀਂ ਮੁੱਕ ਚੱਲੇ ਹਾਂ, ਸਾਡੀ ਮੌਤ ਆ ਗਈ ਹੈ, ਸਰੀਰ ਦਾ ਅੰਤ ਆ ਗਿਆ। ਸਾਡੇ ਸੰਤ ਕਹਿੰਦੇ ਨੇ ਮਰਨੇ ਤੋਂ ਪਹਿਲਾਂ ਮਰ ਜਾ, ਸਾਰੀਆਂ ਪਹਿਚਾਣਾਂ ਤੋਂ ਮੁਕਤ ਹੋ ਜਾ। ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਗਿਆ ਗਿਆ ਕਿਆਮਤ ਆ ਗਈ, ਅਸੀਂ ਦਿਲ ਦੀ ਗੱਲ ਨਾ ਮੁਕਾਈ। ਕਿ ਅਸੀਂ ਰੋਜ਼ੇ ਰੱਖਦੇ ਹਾਂ, ਪਾਠ ਕਰਦੇ ਹਾਂ, ਵਰਤ ਰੱਖਦੇ ਹਾਂ, ਨਮਾਜ਼ਾਂ ਪੜ੍ਹਦੇ ਹਾਂ, ਪਰ ਅਸੀਂ ਕਦੀ ਦਿਲ ਦੀ ਗੱਲ ਨਹੀਂ ਮੁਕਾਈ, ਆਪਣੇ ਅੰਦਰ ਦੇ ਝੂਠ ਨੂੰ ਕਦੀ ਖ਼ਤਮ ਨਹੀਂ ਕੀਤਾ। ਕਿ ਸਾਨੂੰ ਉਹ ਸਮੇਂ ਦਾ ਐਂਡ ਆ ਗਿਆ ਜਿਹੜਾ ਸਾਨੂੰ ਸਮਾਂ ਮਿਲਿਆ ਸੀ। ਕਿਆਮਤ ਆ ਗਈ ਆ, ਉਸ ਸਮੇਂ ਦਾ ਐਂਡ ਆ ਗਿਆ ਹੈ ਜਿਹੜਾ ਸਾਨੂੰ ਮਿਲਿਆ ਸੀ ਖੁਦ ਨੂੰ ਬਦਲਣੇ ਦਾ। ਕਿ ਉਹ ਉਮਰ ਗੁਜ਼ਰ ਗਈ ਆ, ਦਿਲ ਵਿੱਚ ਉਹ ਇਸ਼ਕ ਪੈਦਾ ਕਰਨਾ ਸੀ ਜਿਸ ਨਾਲ ਇਹ ਸਾਰੀਆਂ ਲਕੀਰਾਂ ਮਿਟ ਜਾਂਦੀਆਂ। ਕਿ ਤੁਹਾਡੇ ਲਈ ਉਹ ਕਿਆਮਤ ਆ ਗਈ ਹੈ, ਇਸ ਮਿੱਟੀ ਦੀ ਢੇਰੀ ਨੇ ਭਸਮ ਹੋ ਜਾਣਾ। ਉਸ ਪਿਆ ਨੂੰ ਪਹਿਚਾਣੇ ਬਿਨਾ, ਉਹ ਨਾਲੇ ਉਹ ਬਹੁਤ ਵੱਡੀ ਗੱਲ ਹੈ। ਉਸ ਲਈ ਉਹ ਤੜਫਦੇ ਹੁੰਦੇ ਸੀ ਦਿਨ ਰਾਤ, ਆਪਣਾ ਦੁੱਖ ਬਿਆਨ ਕਰਦੇ ਬਹੁਤ ਉਹਨਾਂ ਵਾਲੇ। ਪਰ ਆਮ ਇਨਸਾਨ ਨੂੰ ਉਸਦਾ ਕੋਈ ਦੁੱਖ ਨਹੀਂ। ਉਹ ਕਹਿੰਦਾ ਕਿਆਮਤ ਆ ਗਈ ਹੈ, ਇਸ ਸਰੀਰ ਦਾ ਐਂਡ ਆ ਗਿਆ, ਜਿਹੜਾ ਤੁਹਾਨੂੰ ਸਮਾਂ ਮਿਲਿਆ ਸੀ ਉਹ ਗੁਜ਼ਰ ਚੱਲਾ। ਇਹ ਢੇਰੀ ਰਾਖ ਹੋ ਜਾਣੀ ਆ, ਭਸਮ ਹੋ ਜਾਣੀ ਆ। ਪਰ ਪਿਆ ਨਹੀਂ ਅਜੇ ਮਿਲਿਆ, ਅਸਲੀਅਤ ਨਹੀਂ ਹਜੇ ਜਾਣੀ। ਉਸ ਸੱਚ ਨਾਲ 2 ਦਿਨ ਵੀ ਨਹੀਂ ਜੀਤੇ, 2 ਪਲ ਵੀ ਨਹੀਂ ਜੀਤੇ ਤੁਸੀਂ। ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਕਿਆਮਤ ਆ ਗਈ ਪਰ ਤੁਸੀਂ ਦਿਲ ਦੀ ਗੱਲ ਨਾ ਮੁਕਾਈ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰਾ ਜਨਮ ਅਨਮੋਲ ਥਾ, ਕੋੜੀ ਬਦਲੇ ਜਾਏ। ਕਿ ਰਾਤ ਸਾਰੀ ਤੁਸੀਂ ਸੋ ਕੇ ਗਵਾਜਾਰ ਦਿੱਤੀ, ਦਿਨ ਸਾਰਾ ਖਾ ਕੇ ਗਵਾ ਦਿੱਤਾ। ਜਿਹੜਾ ਹੀਰੇ ਵਰਗਾ ਜਨਮ ਮਿਲਿਆ ਸੀ, ਜਿਸ ਕਮਲੇ ਮਿਲਿਆ ਸੀ, ਉਹ ਕੋੜੀ ਦੇ ਬਦਲੇ ਚਲੇ ਗਿਆ। ਇਸ ਜਨਮ ਤੁਹਾਡਾ ਜਿਹੜਾ ਸੀ, ਸਮੇਂ ਜਿਹੜਾ ਸਾਰਾ ਸੀ ਵੀ ਕਿਆਮਤ ਆ ਗਈ, ਇਹ ਕੋੜੀ ਦੇ ਬਦਲੇ ਚਲੇ ਗਿਆ, ਦਿਖਾਵੇ ਦੇ ਹੰਕਾਰ 'ਚ ਹੀ ਚਲੇ ਗਿਆ, ਇਹ ਕਰਮ ਕਾਂਡਾਂ 'ਚ ਹੀ ਚਲੇ ਗਿਆ, ਰਸਮਾਂ 'ਚ ਹੀ ਬੀਤ ਗਿਆ, ਰੋਜ਼ੇ ਵਰਤ ਪਾਠ ਪੂਜਾ 'ਚ ਹੀ ਬਦਲ ਚਲੇ ਗਿਆ। ਦੋਨਾਂ ਦਾ ਦਰਦ ਇੱਕੋ ਹੀ ਆ, ਬਾਬਾ ਬੁੱਲੇ ਸ਼ਾਹ ਦਾ ਵੀ, ਉਹ ਕਬੀਰ ਸਾਹਿਬ ਦਾ ਵੀ। ਕਿ ਲੋਕਾਂ ਨੇ, ਇਨਸਾਨਾਂ ਨੇ ਉਹ ਗੱਲ ਨਹੀਂ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ। ਕਿ ਬਾਕੀ ਸਾਰਾ ਕੁਛ ਉਹਨਾਂ ਨੇ ਕੀਤਾ, ਜੋ ਕਰਨੇ ਵਾਲਾ ਸੀ ਉਹ ਨਹੀਂ ਕੀਤਾ। ਕਿ ਜਿਹੜਾ ਹੀਰੇ ਵਰਗਾ ਤੁਹਾਡਾ ਜਨਮ ਸੀ ਉਹ ਕੋੜੀਆਂ ਦੇ ਬਦਲੇ ਤੁਸੀਂ ਵੇਚ ਦਿੱਤਾ।
कि ਤੁਹਾਡੇ ਹੱਥ ਸਿਰਫ ਪਖੰਡੀ ਲੱਗਾ, ਧਰਮ ਦਾ ਅਧਰਮ ਕਰ ਦਿੱਤਾ। ਇਹ ਧਰਮ ਦਾ ਅਰਥ ਜਿਹੜਾ ਸੀ, ਸਾਰ ਜਿਹੜਾ ਸੀ, ਉਹ ਤੁਸੀਂ ਅਨਰਥ ਕਰ ਦਿੱਤਾ ਉਹਦਾ, ਇਸ ਹੰਕਾਰ ਨੇ, ਇਸ ਪਖੰਡਵਾਦ ਨੇ। ਕਿੱਡੀ ਵੱਡੀ ਗੱਲ ਕਹਿ ਰਹੇ ਨੇ ਉਹ ਕਿ ਤੁਸੀਂ ਅਨਰਥ ਕਰ ਦਿੱਤਾ ਆਪਣੇ ਨਾਲ ਹੀ, ਆਪਣੇ ਸਮੇਂ ਨਾਲ, ਆਪਣੇ ਜੀਵਨ ਦੀ ਪੂੰਜੀ ਨੂੰ ਕੌੜੀਆਂ ਦੇ ਭਾਅ ਵੇਚ ਦਿੱਤਾ। ਇਸੇ ਤਰ੍ਹਾਂ ਸਾਡੇ ਕਬੀਰ ਸਾਹਿਬ ਜੀ ਸਾਨੂੰ ਹੋਰ ਸਮਝਾਉਂਦੇ ਹੋਏ ਕਹਿ ਰਹੇ ਨੇ, ਕਬੀਰ ਕਲਯੁਗ ਆਈ ਕਰੇ ਕਿਉ ਬਹੁਤ ਅਨਰਥ, ਧਰਮ ਸਿਧਾਇਆ ਸਵਰਗ ਕੋ ਹਾਥ ਨਾ ਆਇਆ ਅਰਥ। ਕਬੀਰ ਸਾਹਿਬ ਲਈ ਕਿਆਮਤ ਦਾ ਸਮਾਂ, ਕਲਯੁਗ ਦਾ ਸਮਾਂ ਉਹ ਆ ਜਦੋਂ ਇਨਸਾਨ ਧਰਮ ਦੇ ਅਰਥ ਨੂੰ ਨਹੀਂ ਸਮਝਦਾ, ਉਸਦੇ ਸਾਰ ਨੂੰ ਨਹੀਂ ਸਮਝਦਾ, ਉਸਨੂੰ ਖੋ ਦਿੰਦਾ ਹੈ, ਕੌੜੀਆਂ ਦੇ ਪਾਰ ਉਸਨੂੰ ਵੇਚ ਦਿੰਦਾ ਹੈ। ਉਦੋਂ ਕਿਆਮਤ ਆਉਂਦੀ, ਉਦੋਂ ਕਲਯੁਗ ਆਉਂਦਾ। ਕਲਯੁਗ ਕੋਈ ਕਿਸੇ ਸਮੇਂ ਬਾਅਦ ਨਹੀਂ ਆਉਂਦਾ। ਕਲਯੁਗ ਉਦੋਂ ਆ ਜਦੋਂ ਤੁਸੀਂ ਅਸਲੀਅਤ ਤੋਂ ਮੂੰਹ ਚੁਰਾ ਲੈਂਦੇ ਹੋ, ਸੱਚ ਨੂੰ ਛੱਡ ਕੇ ਝੂਠ ਨੂੰ ਚੁਣ ਲੈਂਦੇ, ਸਹੀ ਨੂੰ ਛੱਡ ਕੇ ਗਲਤ ਨੂੰ ਚੁਣ ਲੈਂਦੇ ਹੋ। ਉਦੋਂ ਕਲਯੁਗ ਆ ਜਾਂਦਾ, ਉਦੋਂ ਕਿਆਮਤ ਆ ਜਾਂਦੀ ਹੈ ਕਿ ਜਿੱਥੇ ਧਰਮ ਦੇ ਅਰਥ ਨੂੰ ਨਾ ਸਮਝ ਕੇ, ਉਹਨੂੰ ਗਵਾ ਕੇ ਅਧਰਮੀ ਹੋ ਜਾਂਦਾ, ਅਰਥ ਨਰਾਰਥ ਕਰ ਦਿੰਦਾ ਉਹਦਾ, ਦਿਖਾਵੇ ਦੇ ਤਲੇ, ਹੰਕਾਰ ਦੇ ਤਲੇ ਉਹਨੂੰ ਰੋਂਦ ਲੈਂਦਾ, ਦਿਖਾਵੇ ਦੇ ਤਲੇ ਉਹਨੂੰ ਰੋਂਦ ਦਿੰਦਾ, ਜਿੱਦਾਂ ਪੈਰ ਥੱਲੇ ਕੋਈ ਚੀਜ਼ ਰੋਂਦ ਦਿੰਦਾ ਹੁੰਦਾ ਕਿ ਇੰਨੇ ਕੀਮਤੀ ਆਪਣੇ ਸਮੇਂ ਨੂੰ ਤੂੰ ਰੋਂਦ ਦਿੱਤਾ। ਕਿ ਕਲਯੁਗ ਆ ਗਿਆ ਕਿ ਤੇਰੇ ਹੱਥ ਫਿਰ ਕੁਛ ਵੀ ਨਹੀਂ ਆਇਆ, ਹੱਥ ਨਾ ਆਇਆ ਅਰਥ, ਕਿ ਉਹਦਾ ਫਿਰ ਅਰਥ ਨਹੀਂ ਤੁਹਾਡੇ ਹੱਥ ਆਇਆ ਜਿਹੜਾ ਆਉਣਾ ਚਾਹੀਦਾ ਸੀ। ਜੇ ਅਰਥ ਆ ਜਾਂਦਾ, ਇਹ ਸਾਰਾ ਕੁਛ ਖਤਮ ਹੋ ਜਾਣਾ ਸੀ, ਵਾਪਸ ਆਪਣੇ ਘਰ ਵਾਪਸ ਆ ਜਾਣਾ ਸੀ। ਇਸੇ ਕਰਕੇ ਸਾਡੇ ਜਿਹੜੇ ਸਾਡੇ ਸੰਤ ਬਾਬੇ ਬਣ ਕੇ ਬੈਠੇ ਅੱਜ ਕੱਲ੍ਹ ਦੇ, ਉਹ ਸਾਨੂੰ ਇਸ 'ਤੇ ਬਹੁਤ ਮੂਰਖ ਬਣਾਉਂਦੇ ਆ ਕਿ ਕਲਯੁਗ ਆਇਓ, ਸਤਯੁਗ ਜਾਣੇ ਲਈ ਦਾਨ ਕਰੋ, ਪੁੰਨ ਕਰੋ, ਪਰਲੋਕ ਜਾਣਾ, ਲੋਕ ਪਰਲੋਕ ਜਾਣਾ, ਉਹਨੂੰ ਸੁਧਾਰੋ। ਇਹ ਸੁਧਾਰਨ ਦੀ ਗੱਲ ਨਹੀਂ ਉਹ ਕਰਦੇ। ਸਾਡੇ ਕਬੀਰ ਸਾਹਿਬ ਕਹਿੰਦੇ ਉਹੀ ਕਲਯੁਗ ਆ, ਉਹੀ ਕਿਆਮਤ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਜਦੋਂ ਤੁਸੀਂ ਆਪਣੇ ਸਹੀ ਨੂੰ ਛੱਡ ਕੇ ਗਲਤ ਦਾ ਸਾਥ ਦਿੰਦੇ ਹੋ, ਇਹਨਾਂ ਧਾਰਮਿਕ ਜਗ੍ਹਾ 'ਤੇ ਸਾਰਾ ਤੁਹਾਡਾ ਹੰਕਾਰ ਨੂੰ ਮੋਟਾ ਕੀਤਾ ਜਾਂਦਾ, ਕੋਈ ਨਹੀਂ ਉਹਨੂੰ ਘਟਾਉਂਦਾ, ਸਮੇਂ ਹੋਰ ਮੋਟਾ ਕਰਦਾ। ਬਾਬਾ ਬੁੱਲੇ ਸ਼ਾਹ ਕਹਿੰਦੇ ਜਦੋਂ ਤੁਸੀਂ ਕੁਛ ਹੋ ਜਾਂਦੇ ਹੋ, ਉਦੋਂ ਹੀ ਸਾਡੇ ਨਾਲ ਸਭ ਕੁਛ ਵਾਪਰਦਾ। ਜਦੋਂ ਤੁਸੀਂ ਮਿਟ ਜਾਂਦੇ ਫਿਰ ਤੁਹਾਨੂੰ ਕੋਈ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਇਸ ਨੂੰ ਬਾਬਾ ਬੁੱਲੇ ਸ਼ਾਹ ਨੇ ਇੱਦਾਂ ਵੀ ਕਿਹਾ ਸੀ, ਚਿੱਟੀ ਚਾਦਰ ਲਾ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ, ਕਿ ਜਿੰਨੀ ਤੇਰੇ ਤੂੰ ਚਿੱਟੀ ਚਾਦਰ ਪਹਿਨੀ ਆ ਉਨਾ ਚਿਰ ਹੀ ਕੋਈ ਦਾਗ ਲਾ ਸਕਦਾ। ਕਾਲੇ ਕੰਬਲ ਦੇ 'ਤੇ ਕੋਈ ਨਹੀਂ ਦਾਗ ਲੱਗਦਾ ਜੋ ਫਕੀਰਾਂ ਦਾ ਹੁੰਦਾ। ਜਦੋਂ ਇਹਨਾਂ ਦੇ ਰੀਤੀ ਰਿਵਾਜਾਂ 'ਚ ਤੁਸੀਂ ਚੱਲਦੇ ਹੋ, ਫਿਰ ਹੀ ਤੁਹਾਡੇ ਕੋਈ ਦਾਗ ਲਾ ਸਕਦਾ। ਬੁੱਲੇ ਸ਼ਾਹ ਜੇ ਦਿਲ ਵਿੱਚ ਮਿਲ ਜਾਵੇ ਤਾਂ ਸਭ ਮੁੱਕ ਗਏ ਚੁਤਰਾਈ, ਕਿ ਉਹਨਾਂ ਦੀ ਚੁਤਰਾਈ ਸਾਰੀ ਖਤਮ ਹੋ ਜਾਂਦੀ ਆ ਜਿਹਨੂੰ ਦਿਲ ਵਿੱਚ ਮਿਲ ਜਾਂਦਾ, ਜਿਹਦਾ ਦਿਲ ਸਾਫ਼ ਹੋ ਜਾਂਦਾ, ਪਾਕ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਸਾਰੇ ਮੈਲ ਧੁਲ ਕੇ ਮਨ ਦੀ, ਉਹਦੇ ਲਈ ਸਾਰੀਆਂ ਚੁਤਰਾਈਆਂ ਮੁੱਕ ਜਾਂਦੀਆਂ। ਅਸੀਂ ਧਰਮ ਦੇ ਨਾਂ 'ਤੇ, ਰਿਸ਼ਤਿਆਂ ਦੇ ਨਾਂ 'ਤੇ, ਸਭ ਰੀਤੀ ਰਿਵਾਜ, ਸਭ ਕਾਸੀ ਦੇ ਨਾਂ 'ਤੇ ਚੁਤਰਾਈਆਂ ਹੀ ਕਰਦੇ ਫਿਰਦੇ ਹਾਂ, ਚਲਾਕੀਆਂ ਕਰਦੇ ਫਿਰਦੇ ਹਾਂ। ਜੋ ਇਬਾਦਤ ਦੇ ਨਾਂ 'ਤੇ, ਪ੍ਰਾਰਥਨਾ ਦੇ ਤੌਰ 'ਤੇ ਜੋ ਕੁੱਤੇ ਵੀ ਕੁਛ ਵੀ ਕਰਦੇ ਆ, ਸਭ ਚਤਰਾਈਆਂ ਲਈ ਕਰਦੇ ਆ ਕਿ ਮੈਂ ਰੋਜ਼ਾ ਰੱਖੂੰਗਾ ਤਾਂ ਮੈਂ ਜੰਨਤ ਜਾਊਂਗਾ, ਹੂਰਾ ਮਿਲਣਗੀਆਂ, ਮੇਰਾ ਸਵਰਗ ਮੈਨੂੰ ਮਿਲੇਗਾ ਅਗਲੇ ਜਨਮ 'ਚ ਜਾ ਕੇ, ਮੈਨੂੰ ਚੰਗੀ ਜ਼ਿੰਦਗੀ ਇੱਥੇ ਮਿਲੇਗੀ, ਭਲਾ ਕਰ ਰਿਹਾ ਮੈਂ ਇਹ ਕਰਕੇ। ਇੱਕ ਹੋਰ ਕਮਾਂਡ ਵੱਜ ਜਾਂਦਾ ਬੰਦੇ ਦਾ ਕਿ ਮੈਨੂੰ ਸਭ ਪਤਾ, ਮੈਂ ਦੂਸਰਿਆਂ ਨਾਲੋਂ ਬਿਹਤਰ ਹਾਂ, ਮੇਰੀ ਬੁੱਧੀ ਜ਼ਿਆਦਾ ਚੰਗੀ ਆ, ਮੇਰੀ ਬੁੱਧੀ ਜ਼ਿਆਦਾ ਚੁਤਰਾਈ ਹੈ, ਕਿ ਮੈਨੂੰ ਸਭ ਤੋਂ ਜ਼ਿਆਦਾ ਪਤਾ। ਦੂਸਰਾ ਜਿੱਦਾਂ ਸਮਝਾਏਗਾ ਉਹਨੂੰ ਬੁਰਾ ਸਮਝੋਗੇ ਤੁਸੀਂ, ਜੋ ਸੱਚ ਔਰ ਝੂਠ ਦਾ
ਦਾ ਫ਼ਰਕ ਸਮਝਾਏਗਾ, ਜਿੱਦਾਂ ਸਾਡੇ ਸੰਤਾਂ ਨੇ ਸਮਝਾਇਆ ਉਹਨਾਂ ਨੂੰ। ਫਿਰ ਬੁਰਾ ਦੁਨੀਆ ਨੇ ਖੂਬ ਕਿਹਾ, ਅੱਜ ਸਿਰਫ ਉਹਨਾਂ ਨੂੰ ਰੱਖ ਕੇ ਪੂਜਿਆ ਜਾਂਦਾ ਦਿਖਾਵੇ ਦਾ। ਉਹ ਵੀ ਚਤੁਰਾਈ ਹੋ ਰਹੀ ਹੈ ਇੱਕ। ਇਹ ਬੁੱਧੀ ਦੀ ਚਤੁਰਾਈ ਆ, ਜਿਸ ਨੂੰ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ। ਜਦੋਂ ਤੁਸੀਂ ਦਿਲ ਵਿੱਚ ਜਦੋਂ ਮਿਲ ਗਿਆ, ਜਦੋਂ ਦਿਲ ਵਿੱਚ ਸੱਚ ਸਮਾ ਗਿਆ, ਜਦੋਂ ਦਿਲ ਵਿੱਚ ਅਦਵੈਤ ਭਾਵ ਹੋ ਗਿਆ, ਸ਼ੂਨਿਆ ਭਾਵ ਹੋ ਗਿਆ, ਇੱਕ ਦਾ ਭਾਵ ਹੋ ਗਿਆ, ਫਿਰ ਸਾਰੀਆਂ ਚਤੁਰਾਈਆਂ ਉੱਥੇ ਗਿਰ ਜਾਂਦੀਆਂ ਨੇ, ਮਿਟ ਜਾਂਦੀਆਂ ਨੇ। ਜਿਸ ਤਰ੍ਹਾਂ ਅਸੀਂ ਆਪਣੇ ਮਨ 'ਚ ਨਫ਼ਰਤ ਰੱਖਦੇ ਹਾਂ, ਕ੍ਰੋਧ ਰੱਖਦੇ ਹਾਂ ਦੂਸਰਿਆਂ ਦੇ ਪ੍ਰਤੀ, ਧਰਮ ਦੇ ਪ੍ਰਤੀ, ਊਚ ਨੀਚ ਦੇ ਪ੍ਰਤੀ, ਬਾਹਰੋਂ ਅਸੀਂ ਨੇਕ ਦਿਖਦੇ ਹਾਂ, ਧਾਰਮਿਕ ਹੋ ਗਏ। ਇਹ ਸਾਰੀ ਚਤੁਰਾਈ ਹੈ, ਬਾਬਾ ਬੁੱਲੇ ਸ਼ਾਹ ਕਹਿੰਦੇ। ਜਿੱਥੇ ਇਸ਼ਕ ਹੋ ਗਿਆ, ਜਿੱਥੇ ਸੱਚ ਆ ਗਿਆ, ਉੱਥੇ ਚਤੁਰਾਈਆਂ ਖਤਮ। ਜਿਹੜੀਆਂ ਗੁਰਦੁਆਰੇ, ਮੰਦਰਾਂ 'ਚ, ਮਸਜਿਦਾਂ 'ਚ ਵੀ ਚਤੁਰਾਈਆਂ ਹੋ ਰਹੀਆਂ ਨੇ। ਸਾਡੇ ਬਾਬੇ ਬੁੱਲੇ ਸ਼ਾਹ ਨੇ ਬਹੁਤ ਕਿਹਾ ਮੰਦਰਾਂ ਮਸਜਿਦਾਂ ਬਾਰੇ, ਕਬੀਰ ਸਾਹਿਬ ਜੀ ਨੇ ਬਹੁਤ ਕਿਹਾ। ਆਪਣੇ ਹੀ ਧਰਮ ਦੇ ਗੁਰੂ ਨੂੰ ਤੁਸੀਂ ਤਸਵੀਰ ਰੱਖ ਕੇ ਉਸ ਦੇ ਖਿਲਾਫ ਜਾਂਦੇ ਹੋ ਮੰਦਰਾਂ ਗੁਰਦੁਆਰੇ 'ਚ। ਉਹਦੀ ਇੱਕ ਵੀ ਗੱਲ ਦੇ ਅਨੁਸਾਰ ਨਹੀਂ ਚੱਲਦੇ, ਔਰ ਕਹਿ ਰਹੇ ਆ ਕਿ ਦੁਨੀਆ ਨੂੰ ਕਿ ਮੈਂ ਉਹਨਾਂ ਦਾ ਮਿਸ਼ਨ ਲੈ ਕੇ ਚੱਲ ਰਿਹਾ। ਉਹਨਾਂ ਦਾ ਕੋਈ ਮਿਸ਼ਨ ਹੀ ਨਹੀਂ ਸੀ। ਉਹਨਾਂ ਨੇ ਕੀ ਲੈਣਾ ਮਿਸ਼ਨਾਂ ਤੋਂ? ਉਹਨਾਂ ਦਾ ਮਿਸ਼ਨ ਇੱਕ ਸੀ ਕਿ ਸਾਰੇ ਆਤਮ ਸਰੂਪ ਹੋ ਜਾਣ, ਸਾਰੇ ਇੱਕ ਦੇ ਭਾਵ ਵਿੱਚ ਆ ਜਾਣ। ਜਦੋਂ ਫਿਰ ਆਪਣੀ ਇੱਕ ਅੱਖ ਪੈਦਾ ਹੋ ਜਾਂਦੀ ਹੈ ਦੇਖਣੇ ਦੀ, ਗਿਆਨ ਦੀ, ਉਹ ਕਹਿੰਦੇ ਸੀ ਕਿ ਉਹ ਅੱਖ ਸਭ ਦੀ ਪੈਦਾ ਹੋ ਜਾਵੇ ਤੇ ਸਾਰੇ ਝਿੰਜੜ ਖਤਮ ਹੋ ਜਾਣਗੇ, ਸਾਰੀਆਂ ਚਤੁਰਾਈਆਂ ਖਤਮ ਹੋ ਜਾਣਗੀਆਂ। ਜਿਸ ਚਤੁਰਾਈਆਂ ਦੇ ਇਨਸਾਨ ਆਪਣੇ ਆਪ ਨੂੰ ਬੜਾ ਦਿਖਾ ਰਿਹਾ, ਦੂਸਰਾ ਨੂੰ ਛੋਟਾ ਦਿਖਾ ਰਿਹਾ, ਬਨਾਵਟੀਪਨ ਤੋਂ ਬਾਹਰ ਆ ਜਾਣਗੇ। ਤੁਸੀਂ ਉਸਦੀ ਕੋਈ ਵੀ ਇੱਕ ਗੱਲ ਨਹੀਂ ਮੰਨਦੇ, ਪਰ ਉਸਦੀ ਤਸਵੀਰ ਰੱਖ ਕੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਸ਼ੋਰ ਮਚਾਉਂਦੇ। ਇੱਕ ਚਤੁਰਾਈ ਹੈ, ਇਹ ਹੰਕਾਰ ਹੀ ਕਰ ਸਕਦਾ, ਉਹ ਆਮ ਇਨਸਾਨ ਨਹੀਂ ਕਰ ਸਕਦਾ। ਇੱਕ ਤਰਫ ਕਹਿੰਦੇ ਆ ਕਿ ਸਾਨੂੰ ਉਹਨਾਂ ਪਿਆਰ ਆ, ਉਹਦੇ ਗ੍ਰੰਥ ਨਾਲ ਪਿਆਰ ਆ, ਇੱਕ ਪਾਸੇ ਉਹਦੇ ਗ੍ਰੰਥ ਨੂੰ ਤੁਸੀਂ ਸਮਝਦੇ ਤੱਕ ਵੀ ਨਹੀਂ। ਇਹ ਸਾਰਾ ਖੇਡ ਚਤੁਰਾਈਆਂ ਦਾ। ਚਤੁਰਾਈ ਬਹੁਤ ਆ, ਮੈਲ ਬਹੁਤ ਆ ਮਨ 'ਚ। ਇਹ ਜਿਹੜੀ ਅਹਮ ਬ੍ਰਿਤੀ ਹੈ ਨਾ, ਬਹੁਤ ਮਹਾ ਠਗਣੀ ਹੈ। ਮਾਇਆ ਮਹਾ ਠਗਣੀ, ਮਜਾਨੀ। ਕਬੀਰ ਸਾਹਿਬ ਕਹਿੰਦੇ ਜਿਹਨੇ ਜਾਣ ਲਿਆ ਉਹੀ ਇਸ ਚਤੁਰਾਈਆਂ ਤੋਂ ਬਾਹਰ ਆ ਸਕਦਾ। ਤੇ ਅੱਗੇ ਸਾਡੇ ਕਬੀਰ ਸਾਹਿਬ ਜੀ ਕਹਿੰਦੇ ਪਏ ਨੇ ਕਿ ਇਹ ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਤੁਸੀਂ ਚਤੁਰਾਈਆਂ ਕਰਦੇ ਹੋ, ਦਿਲ ਦੀ ਗੱਲ ਨਹੀਂ ਤੁਸੀਂ ਮੁਕਾਉਂਦੇ। ਕਬੀਰ ਸਾਹਿਬ ਜੀ ਕਹਿੰਦੇ ਨੇ ਏਕਾਦਸੀ ਵਰਤ ਰਹੇ, ਏਕਾਦਸੀ ਵਰਤ ਰਹੇ ਕਰੇ ਅੰਨ ਕਾ ਤਿਆਗ, ਕਬੀਰ ਕਹੇ ਤਾਹੀਂ ਨਰ ਕੋ ਕਭੂ ਨਾ ਲਾਗੇ ਭਾਗ। ਕਿ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਇਹ ਵਰਤ ਰੱਖਦੇ ਹੋ, ਅੰਨ ਦਾ ਤਿਆਗ ਕਰਦੇ ਹੋ, ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਕਦੀ ਭਾਗ ਨਹੀਂ ਲੱਗ ਸਕਦੇ, ਉਹ ਪਾਰ ਨਹੀਂ ਕਦੀ ਹੋ ਸਕਦਾ। ਕਿ ਇਸ ਤਰ੍ਹਾਂ ਕਰਨੇ ਨਾਲ, ਵਰਤ ਰੱਖਣੇ ਨਾਲ, ਅੰਨ ਦਾ ਤਿਆਗ ਕਰਨੇ ਨਾਲ ਕਿਸਮਤ ਨਹੀਂ ਬਦਲਦੀ। ਅਸਲੀ ਵਰਤ ਤਾਂ ਆਪਣੀਆਂ ਬੁਰਾਈਆਂ ਨੂੰ, ਆਪਣੇ ਹੰਕਾਰ ਨੂੰ ਤਿਆਗਣਾ, ਆਪਣੀ ਅਹਮ ਬ੍ਰਿਤੀ ਨੂੰ ਖਤਮ ਕਰ ਦੇਣਾ, ਜਿਹੜੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਮੈਂ ਕਰਦੀ ਪਈ ਆ। ਕਿ ਜਦੋਂ ਤੋਂ ਇਹ ਮਨ ਸ਼ੁੱਧ ਨਹੀਂ ਹੁੰਦਾ, ਉਤੋਂ ਬਾਹਰੀ ਬੰਦਗੀ ਖੋਖਲਾਪਨ, ਖਾਲੀ ਹੈ, ਝੂਠੀ ਹੈ। ਕਿ ਜਿੱਦਣ ਅੰਦਰ ਹੋ ਗਈ, ਅੰਦਰ ਪ੍ਰਗਟ ਹੋ ਗਈ, ਉਦੋਂ ਬਾਹਰਲੇ ਕਰਮ ਕਾਂਡ ਜਿਹੜੇ ਆ ਖਾਲੀ, ਖਤਮ। ਫਿਰ ਕੰਮ ਬਦਲ ਜਾਣਗੇ, ਕ੍ਰਾਂਤੀ ਘਟ ਜਾਏਗੀ। ਐਸੀ ਕ੍ਰਾਂਤੀ ਘਟ ਜਾਏਗੀ ਕਿ इंसान ही दूसरा हो जाएगा, सोच दूसरी हो जाएगी, दुनिया दूसरी हो जाएगी उसके। इसलिए नहीं कोई हिंदू आ, कोई मुस्लिम आ, कोई गोरा है, कोई काला आ, कोई आ देश का, कोई वो देश का। जिस तरह पानी हर जगह का एक ही है, धुप सब जगह एक ही है, हवा सब जगह एक ही है। ऐसी क्रांति भी घटती है, लेकिन वो समझ पैदा करना नहीं असी चाहते। जिस तरह बाबा बुल्ले शाह कहते हैं कि रोजे सिर्फ सिर दा पार आ, ये व्रत रोजे सिर्फ रखना सिर दा पार आ, ये रख रख के चिकड़ किया पाया, गारा किया पाया। इसी तरह कबीर साहब जी कहते हैं, दिन को रोजा रहत है, रात हहंत है गाए, जे खून व बंदगी कैसे खुश खुदाए। कि तेरे तो खुदा खुदा खुश हो जाएगा तो दिन नू रोजा रख लेना है, ते रात पे ते फिर तू वही
तेरियां बृत्तियां वापस आ जांदियां, वो हंकार वापस आ जाता। दिन भर तू सारा दिन नहीं खांदा, लोगों को दिखांदा कि मैं रोज़ा रखिया, लोग दिखाते कि मैं व्रत रखदा। ये हर धर्म च एक च नहीं, नवराते होंदे आ हिंदू धर्म च, तरह तरह के सब धर्मां च कुछ ना कुछ होंदा कर्मकांड। सिर्फ रोजे की गल नहीं मैं कर रही, साढ़े संत एक दी गल नहीं कर रहे, सब का यही हाल है कि शाम पई तो फिर तू ही रिदम च आ जाना, जिस च तू पुरानी रिदम च इस तो किस तरह, इस तेरी खूनी बंदगी तो खुदा किस तरह खुश हो सकता। कि जिस तरह दिन भर तू गाय की तरह मासूमियत की तरह रहा, गाय इत्थे मासूमियत का प्रतीक है कि जो तेरी भुख मिट जाती है, शाम को पे फिर सूरज ढले तो तू खा लेना, तेरी भुख मिट जाती है, फिर गाय तो तू फिर वही लालच, हिंसा, नफरत वाला बन जाना। सिर्फ ये भुख की वजह ना थोड़ी जी जिदा कहते ना नींद आ गई सी, जिदा हल्का पै गया सी बंदा, तो फिर तेरा शाम को वही हाल है, हिंसा, नफरत, क्रोध, हंकार। कबीर साहब कहते कि दिन भर तू अपन इंद्रियां नूं गाय की तरह रखिया, बना के रखिया, बन के रखिया भुख के जरिए, लेकिन रात होंदे ही तू वो जिहड़ी तेरी मासूमियत सी वो सारी उसदा गला घुट दिता तू। कि असली कम तो सी अपने हंकार का गला घुटना, मार देना उसनूं। इस बाहरी नाटक, इस मासूमियत की लोड़ नहीं सी। जिहड़ी अंदर दी हिंसा सी जिहड़ी तेरी, उसनूं तू बचाई रखिया, अंदर दे हंकार नूं तू बचाई रखिया, और बाहरों तू भुखा रह के तू मासूम बन गया, एक रस्म अदा कर दी कि तेरा होश किते भी नहीं कायम रहा थोड़ी देर लिए, कि मैं आ नहीं खाना सारा दिन, फिर उस तो बाद भी होश गायब। कि इस दिन भर की इबादत का, पूजा का, पाठ का की फायदा होया, इस व्रत रखने का की फायदा होया, इस नवरात्रे रखने का की फायदा होया। चाहे शाम ढली तो तू फिर वही मैं मेरी विच, नफरत विच, उस चलाकियां से, उस चतराई विच आ गया वापस। कि तेरी इस इबादत ने, इस तेरी पूजा ने जे तेनों बदलिया नहीं, तो फिर ये सिर्फ एक दिखावा सी, सिर्फ एक वक्त सी, जिहड़ा टाइम सी जिहड़ा बदलिया तू, कि इस समय दे विच मैं इस तरह खावांगा। अपनी फितरत नूं नहीं बदलिया, अपने आप नूं नहीं बदलिया। कि एक तरफ तुसीं इबादत करदे हो और दूसरी तरफ तुहाडी इबादत दे विच खून है, हंकार, नफरत और हिंसा। कि इस बंदगी तो खुदा किस तरह खुश हो सकता। कबीर साहब कहते, ते बाबा बुल्ले शाह कहते चिक्कड़ दे समान, रोजे चिक्कड़ दे समान, कहता व्रत रखना है सब चौकड़, सब कुछ चिक्कड़ दे समान। कि अंदर दे उस जानवर नूं नहीं मारिया। असल रोजा सी अंदर दे जानवर नूं मारना, बाहर दे जानवरां नूं मारना नहीं। कि दोनों बंदगी और जे हंकार साथ साल नहीं चल सकते, कर्मकांड साथ साथ नहीं चल सकते, रस्मां अंदर दे स्वार्थ नूं नहीं असी त्याग किया। असल विच असी एक करके असी अपनी अंदरली रूहानियत नूं दा दम घुट दिता, जिस तरह ढक दिता कि सानू नज़र ही ना आए, उसका महक ही ना आए, उस इश्क का जिसनूं सूफियां ने इश्क किया, प्यार किया, आशिकी किया, सच किया, कि उसका ते दम घुट दिता, उसकी बली दे दी। जबकि तेनों बली देनी चाहिए सी, वो बाहर दी जिहड़ा पड़दा सी ते पै गया, जिहड़ा अज्ञानता का पड़दा पै गया सी उसदी। जिस तरह सुल्तान बाहू कह रहे सी ना, एक कम जनाना कि इहो कम कमज़ोर बंदे का पड़दा पा देना, कि असली मर्द वो जिहड़ा इस पड़दे नूं चुक देवे, रूप रूप हो जाए उसदे, और फिर मिट जाता, स्मेल्ट हो जाता, जिस तरह कहते वो पिघल गया, अखा चक्का पै जांदियां, कहते सच का सच बाहर आ जाता, एक मिट जाता। उसकी गल करते कि असीं दिन भर
ਵਰਤ ਰੱਖਦੇ ਹਾਂ, ਦਿਨ ਭਰ ਰੋਜ਼ੇ ਰੱਖਦੇ ਹਾਂ, ਭੁੱਖੇ ਰਹਿੰਦੇ ਹਾਂ, ਇਹ ਰਸਮਾਂ ਰਿਵਾਜ ਕਰਕੇ ਦਿਖਾਉਂਦੇ ਹਾਂ ਬਾਹਰ ਸਮਾਜ ਨੂੰ ਔਰ ਆਪਣੇ ਆਪ ਨੂੰ, ਔਰ ਦੂਸਰਿਆਂ ਦੀ ਨਜ਼ਰ 'ਚ ਅਸੀਂ ਬਹੁਤ ਚੰਗੇ ਬਣ ਜਾਂਦੇ ਹਾਂ ਕਿ ਅਸੀਂ ਧਾਰਮਿਕ ਹਾਂ। ਮੰਦਰ ਜਾਣ ਵਾਲਿਆਂ ਨੂੰ, ਗੁਰਦੁਆਰੇ ਜਾਣ ਵਾਲਿਆਂ ਨੂੰ ਬੜਾ ਹੰਕਾਰ ਹੁੰਦਾ ਕਿ ਅਸੀਂ ਇਹ ਕਰਦੇ ਹਾਂ, ਅਸੀਂ ਉੱਥੇ ਜਾ ਕੇ ਸੇਵਾ ਕਰਦੇ ਹਾਂ, ਅਸੀਂ ਜੇ ਕਰਦੇ ਹਾਂ। ਪਰ ਅੰਦਰ ਦਾ ਹੰਕਾਰ ਉਹਨਾਂ ਦਾ ਅੱਗੇ ਤੋਂ ਵੀ ਜ਼ਿਆਦਾ ਵੱਧ ਗਿਆ ਹੁੰਦਾ, ਕਿਉਂਕਿ ਉਹ ਉੱਥੇ ਜਾਂਦੇ ਆ ਇਸ ਕਰਕੇ। ਇਸੇ ਤਰ੍ਹਾਂ ਸਾਡੇ ਸੰਤ, ਸਾਡੇ ਸੂਫੀ ਕਹਿੰਦੇ ਪਏ ਨੇ ਕਿ ਉਸ ਬੰਦਗੀ ਦਾ ਕੀ ਫਾਇਦਾ, ਇਸ ਖੂਨ ਵਾਲੀ ਬੰਦਗੀ ਦਾ ਕੀ ਫਾਇਦਾ। ਤੁਸੀਂ ਦੇਖਿਆ ਨਹੀਂ ਕਿੱਦਾਂ ਸਵੇਰੇ ਸਾਰਾ ਦਿਨ ਅਸੀਂ ਭੁੱਖੇ ਰਹਿੰਦੇ ਹਾਂ, ਉਹ ਸ਼ਾਮ ਪਈ ਅਤੇ ਅਸੀਂ ਜੋ ਖਾਂਦੇ ਹਾਂ, ਕ੍ਰਿਸਮਸ 'ਤੇ ਵੀ ਦੇਖਿਆ ਹੋਣਾ, ਸਭ ਮੁਰਗੀਆਂ ਮੁਰਗੇ ਪਏ ਹੁੰਦੇ ਟੇਬਲ 'ਤੇ। ਉਹ ਈਦ 'ਤੇ ਵੀ, ਰੋਜ਼ਿਆਂ 'ਤੇ ਵੀ ਇਸੇ ਤਰ੍ਹਾਂ ਹੁੰਦੇ ਆ। ਔਰ ਹਿੰਦੂ ਧਰਮ 'ਚ ਵੀ ਬਲੀ ਦਿੱਤੀ ਜਾਂਦੀ ਆ, ਸਿੱਖ ਧਰਮ 'ਚ ਵੀ ਬਲੀ ਦਿੱਤੀ ਜਾਂਦੀ ਆ ਕਿ ਇਹ ਖੂਨ ਦੀ ਬੰਦਗੀ ਤੇਰੀ ਕਰਕੇ ਤੇਰਾ ਖੁਦਾ ਕਿੱਦਾਂ ਖੁਸ਼ ਹੋ ਸਕਦਾ। ਕਬੀਰ ਸਾਹਿਬ ਕਹਿੰਦੇ कैसे खुश खुदाए जे खून व बंदगी, कैसे खुश खुदाए कि खुदा तेरा किस तरह खुश हो सकता। शाम ਨੂੰ ਤੇਰੀ ਪਲੇਟ ਦੇ ਵਿੱਚ ਕਿਸੇ ਦੇ ਹਿੰਸਾ ਕਰਕੇ ਮਾਸ ਦਾ ਟੁਕੜਾ ਤੂੰ ਖਾ ਰਿਹਾ। ਕੋਈ ਧਰਮ, ਕੋਈ ਵੀ ਆਮ ਵੀ ਤੁਸੀਂ ਜੇ ਹੋਸ਼ ਨਾ ਦੇਖੋ, ਕੋਈ ਨਹੀਂ ਕਿਸੇ ਨੂੰ ਦੁੱਖ ਦੇਣਾ ਕਿਸ ਤਰ੍ਹਾਂ ਸਹੀ ਹੋ ਸਕਦਾ। ਸੁਲਤਾਨ ਬਾਹੂ ਦੇ ਕਲਾਮ ਵਿੱਚ ਕਹਿੰਦੇ ਸੀ ਨਾ ਕਿ ਉੱਚੀਆਂ ਬਾਂਗਾਂ ਛਾਂਗਾਂ ਮਾਰੇ ਵੀ ਉਹੀ ਮਾਰਦੇ ਜਿਨ੍ਹਾਂ ਦੀ ਨੀਅਤ ਖੋਟੀ। ਉੱਚੀਆਂ ਬਾਂਗਾਂ ਛਾਂਗਾਂ ਮਾਰੇ, ਇਸ ਤਰ੍ਹਾਂ ਉਹਨਾਂ ਦਾ ਕਲਾਮ ਹੈ ਕਿ ਨੀਅਤ ਜਿਨ੍ਹਾਂ ਦੀ ਖੋਟੀ, ਸਿਰਫ ਬਾਂਗਾਂ ਮਾਰ ਕੇ, ਰੀਤੀ ਰਿਵਾਜ ਕਰਕੇ, ਸ਼ੋਰ ਮਚਾ ਕੇ। ਕਿਸੇ ਦਾ ਧਰਮ ਦੇ ਨਾਂ 'ਤੇ ਅਸੀਂ ਸੜਕਾਂ 'ਤੇ ਸਾਰੇ ਪਾਸੇ ਸ਼ੋਰ ਮਚਾਉਂਦੇ। ਅੱਜ ਕੱਲ੍ਹ ਦੇ ਬਾਬੇ ਜੋ ਵੀ ਆ ਜਨਮ ਦਿਨ, ਜਯੰਤੀਆਂ ਮਨਾਉਂਦੇ ਨੇ, ਇਹ ਸ਼ੋਰ ਮਚਾਉਂਦੇ ਨੇ ਇੱਕ ਤਰ੍ਹਾਂ ਦਾ ਨਹੀਂ ਕਿ ਬਿਲਕੁਲ ਹੀ ਸ਼ੋਰ ਮਚਾ ਰਹੇ ਨੇ। ਜਿਨ੍ਹਾਂ ਦੀ ਉਹਨਾਂ ਨੂੰ ਘਰ 'ਚ ਬੂਟੀ ਲੱਭ ਗਈ ਉਹ ਸ਼ੋਰ ਨਹੀਂ ਮਚਾਉਂਦੇ। ਬਾਬਾ ਬੁੱਲੇ ਸ਼ਾਹ ਕਹਿੰਦੇ ਇਹ ਜਿਹੜੀ ਇਹਨਾਂ ਦੀ ਨੀਅਤ ਖੋਟੀ ਆ, ਉਹ ਸ਼ੋਰ ਮਚਾ ਕੇ ਦਿਖਾਉਂਦੇ ਕਿ ਦੇਖੋ ਅਸੀਂ ਧਾਰਮਿਕ, ਅਸੀਂ ਚੰਗੇ ਬੰਦੇ, ਜਦ ਕਿ ਇਹਨਾਂ ਨੇ ਸਾਰਿਆਂ ਨੇ ਰਹਿਤਾ ਫੈਲਾਇਆ ਹੁੰਦਾ ਗੰਦ ਦਾ, ਮੁਸ਼ਕ ਠਾਲਿਆ ਹੁੰਦਾ ਸਾਰੇ ਪਾਸੇ, ਧਰਮ ਨੂੰ ਅਧਰਮ ਕੀਤਾ ਹੁੰਦਾ, ਸਹੀ ਨੂੰ ਗਲਤ ਕੀਤਾ ਹੁੰਦਾ। ਸਭ ਧਰਮਾਂ, ਸਭ ਦੇਸ਼ਾਂ 'ਚ ਹੋ ਰਿਹਾ ਹੈ। ਜਿਸ ਤਰ੍ਹਾਂ ਕਾਲੀ ਨੂੰ ਵੀ ਦਾਰੂ ਪਿਲਾਇਆ ਜਾਂਦਾ, ਮੂਰਤੀ ਨੂੰ, ਇਹ ਸਭ ਅਗਿਆਨਤਾ ਬਸ ਹੋ ਰਿਹਾ। ਖੁਦ ਥੋੜ੍ਹਾ ਜਿਹਾ ਹੋਸ਼ ਕਰਕੇ ਦੇਖੋ ਕਿ ਇਹ ਸਾਡਾ ਧਰਮ ਆ। ਧਰਮ ਦਾ ਮਤਲਬ ਹੈ ਕਿ ਸਾਡੇ ਹੰਕਾਰ ਦੀ ਬਲੀ, ਸਾਡੀ ਮੈਂ ਦੀ ਬਲੀ, ਇਸ ਨੂੰ ਕਿਹਾ ਜੀਂਦੇ ਜੀ ਮਰ ਜਾਣਾ। ਇਹ ਸਾਰੀਆਂ ਪਹਿਚਾਣਾਂ ਨੂੰ ਤਿਆਗ ਦੇਣਾ। ਜਿਹੜੀ ਸੰਸਾਰਿਕ ਪਹਿਚਾਣਾਂ ਸਾਨੂੰ ਦੇ ਦਿੱਤੀਆਂ, ਉਹਨੂੰ ਬਲੀ ਦੇਣੇ ਨੂੰ ਕਿਹਾ। ਉਹ ਅਸਲੀ ਅਰਥ ਆ ਬਲੀ ਦਾ। ਦੇਹ ਭਾਵ ਜੋ ਖਤਮ ਕਰ ਦੇਣਾ, ਇਸ ਮਨ ਨੂੰ ਪੂਰਾ ਪਰਿਵਰਤਨ ਕਰ ਦੇਣਾ। ਦੋ ਤੋਂ ਇੱਕ 'ਚ ਸਲਾ, ਇੱਕ 'ਚ ਵੀ ਕੀ ਸ਼ੂਨ 'ਚ ਅਦਵੈਤ ਜਿਸ ਨੂੰ ਕਹਿੰਦੇ ਨੇ ਸਾਡੇ ਸਾਹਮਣੇ। ਆਪਣੇ ਆਪ ਨੂੰ ਪੂਰਾ ਬਦਲ ਦੇਣਾ, ਅਹਮ ਤੋਂ ਆਤਮਾ ਕਰ ਦੇਣਾ, ਪ੍ਰਕਿਰਤ ਤੋਂ ਆਤਮਾ ਕਰ ਦੇਣਾ, ਮਾਇਆ ਤੋਂ ਆਤਮਾ ਬਣੋ। ਪਾਰਵਤੀ, ਰਾਧਾ, ਮੀਰਾ ਤੋਂ ਕ੍ਰਿਸ਼ਨ ਹੋ ਜਾਣਾ, शिव हो जाना, जीव आत्मा तो आत्मा हो जाना। ये सारे एग्जाम्पल गल एक ही दिखाया। प्रकृति तो आत्मा हो जाना, एक तरफ मिटना और दूसरी तरफ जीवित हो जाना। झूठ वालों मर जाना, सच वाल फिर तुसी जीवित हो उठते हो। जिसनों इश्क किया है, जिसनों प्यार किया साढ़े संतां ने, उदों फिर सारे ड्रामे सारा कुछ खत्म हो जाता, सारियां चुतराइयां खत्म हो जांदियां। जिसनों बाबा बुले शाह कहंदे जिसनों घर विच लभ गया उसदियां सारियां चुतराइयां खत्म हो जांदियां। पर असी ठहरे हंकार दे गोले बंब जो जगह जगह फटदा फिरदा, कोई हिंदू बन के, कोई मुस्लिम बन के, कोई सिख बन के, कोई सैह बन के, कोई जातां दे नाल ते, कोई किसी भी तरह, कोई देश विदेश किसी भी तरह करके ये गोले जगह जगह फटदे ने। वही सारा कुछ रहता फैला रहे हैं। ज़्यादातर इन्हों ने ही फैलाया है। जोड़ा जग गया, जोड़ा अहम तो आत्मा हो गया, आत्मा की अवस्था च आके जीना शुरू हो गया। उसका ना कोई देश रहिंदा, ना कोई दा धर्म रहिंदा, ना कोई दी जाति रहिंदी। बुला की जाना मैं कौन,
कि मैं ये सब कुछ तो है ही नहीं, ना हम हिंदू ना मुसलमान रहे। बुले शाह कहते, कबीर भी इसी तरह कहते, हिंदू मुस्लिम आपस में किस तरह कहते कबीर साहब, लड़ मरत है मरम न जाने कोई, कि दोनों आपस 'ਚ लड़ झगड़ कर रहे ने और असली मरम ਨੂੰ कोई नहीं जानना चाहता, असली मरना कोई नहीं चाहता। युग कोई भी होवे फर्क नहीं पैंदा, ਜਿਹੜਾ आहम तो आत्मा हो गया, उस अवस्था 'ਚ आ गया अपने आहम ਨੂੰ ਮਿਟਾ ਕੇ। युग कोई भी होवे फर्क नहीं पैंदा, पर ਉਹ आत्म ਗਿਆਨੀ ਬੋਧਮਾਨ ਜਦੋਂ ਹੋ ਜਾਂਦਾ, ਉਹ ਘਟਨਾ ਘਟ ਜਾਂਦੀ ਹੈ ਤਾਂ ਉਹ ਕਿਸੇ ਵੀ ਯੁੱਗ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਉਹ ਇਨਸਾਨ ਜਿਸ ਨੂੰ ਸੰਤ ਕਿਹਾ ਹੈ, ਜਿਸ ਨੂੰ ਸੂਫੀ ਕਿਹਾ ਹੈ, ਜਿਸ ਦਾ ਨਾਮ ਰਿਸ਼ੀ ਕਿਹਾ ਹੈ, ਉਹਨਾਂ ਦੀ ਗੱਲ ਇੱਕ ਹੋ ਜਾਂਦੀ ਹੈ। ਭਾਵੇਂ ਉਹ ਕਿਸੇ ਵੀ ਸਦੀ 'ਚ ਉਹਨਾਂ ਨੇ ਕਹੀ ਹੋਵੇ, ਇੱਕ ਦੂਸਰੇ ਨਾਲ ਮੇਲ ਖਾਂਦੀ, ਇੱਕੋ ਹੀ ਆ ਮੇਲ ਖਾਂਦੀ, ਕਿ ਇੱਕੋ ਹੀ ਆ ਗੱਲ ਹੁੰਦੀ ਆ, ਇੱਕ ਹੋ ਜਾਂਦੀ ਆ। ਭਾਵੇਂ ਉਹ ਕਿੱਡੀ ਵੀ ਦੂਰ ਬੈਠਾ ਹੋਵੇ, ਉਸ ਦਾ ਮੀਨਿੰਗ ਇੱਕ ਹੋ ਜਾਂਦਾ, ਉਸ ਦਾ ਕਹਿਣਾ ਔਰ ਉਸ ਦਾ ਕਹਿਣਾ ਇੱਕ ਹੋ ਜਾਂਦਾ। ਇਹ ਨਹੀਂ ਕਿ ਉਹ ਮਿਲੇ ਆ ਆਪਸ ਵਿੱਚ ਆ ਕੇ ਤਾਂ ਗੱਲ ਉਹਨਾਂ ਨੂੰ ਪਤਾ ਲੱਗੀ ਕਿ ਇੱਕ ਹੋਈ ਆ, ਨਹੀਂ, ਕਿਉਂਕਿ ਕੇਂਦਰ ਇੱਕ ਤੋਂ ਗੱਲ ਨਿਕਲ ਰਹੀ ਆ। ਸਾਰੀਆਂ ਗੱਲਾਂ ਆਤਮ ਬੋਧ ਤੋਂ ਨਿਕਲੀਆਂ, ਜਿੱਦਾਂ ਬੋਧ ਤੋਂ ਨਿਕਲ ਰਹੀਆਂ ਨੇ, ਆਤਮ ਗਿਆਨ ਤੋਂ ਨਿਕਲ ਰਹੀਆਂ ਨੇ, ਫਿਰ ਉੱਥੇ ਆ ਕੇ ਗੱਲ ਇੱਕ ਹੋ ਜਾਂਦੀ ਆ। ਜਿੰਨਾ ਚਿਰ ਸਮਝੂਗੇ ਨਹੀਂ, ਉਨਾ ਚਿਰ ਨਹੀਂ ਇੱਕ ਹੋ ਸਕਦੀ, ਉਨਾ ਚਿਰ ਤੇਰੀ ਮੇਰੀ ਰਹੇਗੀ। ਲੜਾਈਆਂ ਝਗੜੇ, ਇਹ ਨਫ਼ਰਤ ਕ੍ਰੋਧ ਇਸੇ ਤਰ੍ਹਾਂ ਚੱਲਦਾ ਰਹੇਗਾ, ਇਸੇ ਤਰ੍ਹਾਂ ਇਹ ਜਿਹੇ ਕਰਮ ਕਾਂਡ ਰੀਤੀ ਰਿਵਾਜ ਚੱਲਦੇ ਰਹਿਣਗੇ। ਜਿਹੜਾ ਵੀ ਉਸ 'ਤੇ ਉਂਗਲੀ ਰੱਖੇਗਾ ਉਹ ਬੁਰਾ ਬਣੇਗਾ, ਹਰ ਕੋਈ ਵੀ ਹੋਵੇ ਉਹ ਬੁਰਾ ਬਣੇਗਾ। ਇੰਨਾ ਮੁਸ਼ਕਲ ਨਹੀਂ ਸਮਝਣਾ, ਪਰ ਜੇ ਕੋਈ ਸਮਝਣ ਲਈ ਤਿਆਰ ਹੋਵੇ, ਤਿਆਰ ਨਹੀਂ ਹੁੰਦਾ ਜ਼ਿਆਦਾਤਰ ਬੰਦਾ, ਮਨ ਨਹੀਂ ਉਹਦਾ, ਮਨ ਦਾ ਤਿਆਰ ਹੋਣੇ ਨੂੰ, ਕਿਉਂਕਿ ਮਿਟਣਾ ਪੈਂਦਾ, ਉਹ ਸਾਰੀਆਂ ਗੱਲਾਂ ਛੱਡਣੀਆਂ ਪੈਂਦੀਆਂ ਜਿਨ੍ਹਾਂ ਨੂੰ ਇੰਨਾ ਨਿੱਜੀ ਕੀਤਾ ਹੁੰਦਾ, ਜਿਨ੍ਹਾਂ ਨੂੰ ਇੰਨਾ ਚਿਪਕ ਕੇ ਬੈਠਾ ਹੁੰਦਾ। ਸੱਚ ਸਦਾ ਇੱਕ ਹੀ ਹੁੰਦਾ, ਕਿਸੇ ਵੀ ਯੁੱਗ 'ਚ ਹੋਵੇ। ਸਾਡੇ ਸੰਤਾਂ ਦੀ, ਸਾਰਿਆਂ ਦੀ, ਸਾਰੇ ਦੁਨੀਆ ਦੇ ਸੰਤਾਂ ਦੀ ਗੱਲ ਮਿਲਦੀ, ਜੇ ਤੁਸੀਂ ਕਦੀ ਪੜ੍ਹ ਕੇ ਦੇਖੋਗੇ ਤਾਂ ਇੱਕੋ ਗੱਲ ਕਰ ਰਹੇ ਨੇ, ਅਦਵੈਤ ਦੀ। ਦਵੈਤ ਬਾਰੇ ਸਮਝਾ ਰਹੇ ਨੇ, ਔਰ ਅਦਵੈਤ ਦੀ ਕੋਈ ਗੱਲ ਨਹੀਂ ਹੋ ਸਕਦੀ, ਉਸ ਵੱਲੋਂ ਇਸ਼ਾਰਾ ਕਰ ਰਹੇ ਨੇ, ਜਿਸ ਨੂੰ ਪਰਮ ਕਹਿ ਦਿੰਦੇ ਆ, ਜਿਸ ਨੂੰ ਪਰਮਾਤਮਾ ਕਹਿ ਦਿੰਦੇ ਆ, ਜਿਸ ਨੂੰ ਖੁਦਾ ਕਹਿ ਦਿੰਦੇ ਆ, ਅੱਲਾ ਕਹਿ ਦਿੰਦੇ ਆ, ਮੌਲਾ ਕਹਿ ਦਿੰਦੇ ਆ, ਸ਼ਿਵ ਕਹਿ ਦਿੰਦੇ ਆ, ਵਾਹਿਗੁਰੂ ਕਹਿ ਦਿੰਦੇ ਆ, ਸਤਨਾਮ ਵਾਹਿਗੁਰੂ, ਜੋ ਵੀ ਕੁਛ ਵੀ ਤੁਸੀਂ ਨਾਮ ਦੇਣਾ ਚਾਹੋ, ਇੱਕ ਦੀ ਉਸ ਦੀ ਗੱਲ ਕਰਦੇ ਪਏ ਨੇ, ਜਿਸ ਦਾ ਕੋਈ ਨਾ ਰੰਗ ਨਾ ਰੂਪ ਨਾ ਆਕਾਰ ਹੈ। ਪਰ ਸਾਡਾ ਜਿਹੜਾ ਕੜਾ ਆ ਉਹ ਗੰਦਾ ਬਹੁਤ ਆ। ਕਹਿੰਦੇ ਨੇ ਘੜੇ 'ਚ ਪਾਣੀ ਹੁੰਦਾ, ਗੰਦੇ ਘੜੇ 'ਚ ਗੰਦਾ ਪਾਣੀ ਹੋ ਗਿਆ ਹੈ। ਉਹ ਨਹੀਂ ਗੰਦਾ ਹੈ ਜਿਸ ਦੀ ਗੱਲ ਕਰ ਰਹੇ ਨੇ ਸਾਡੇ ਸੰਤ, ਸਾਡੇ ਸੂਫੀ, ਪਰ ਉਸ ਦੇ ਉੱਤੇ ਪਰਦਾ ਪੈ ਗਿਆ, ਜਿਹੜਾ ਕਹਿੰਦੇ ਨੇ ਪਰਤ ਆ ਗਈ ਅਹੰਕਾਰ ਦੀ, ਮੈਂ ਮੇਰੀ ਦੀ, ਫਿਰ ਉਹ ਉਸ ਦਾ ਸ਼ੁੱਧ ਰੂਪ ਨਹੀਂ ਦਿਖਣ ਦਿੰਦੀ। ਘੜੇ ਅਲੱਗ ਹੋ ਸਕਦੇ ਆ, ਪਰ ਜਿਹੜਾ ਵਿਚਲਾ ਪਾਣੀ ਉਹ ਸਭ ਦਾ ਇੱਕੋ ਹੀ ਆ। ਹਰ ਦੇਸ਼ 'ਚ ਪਾਣੀ ਇੱਕੋ ਹੀ ਆ, ਹਵਾ ਇੱਕ, ਸੂਰਜ ਇੱਕ, ਚੰਦਰਮਾ ਇੱਕ, ਰੋਸ਼ਨੀ ਉਹਦੀ ਇੱਕ, ਨਿੱਘ ਇੱਕੋ ਜਿਹਾ ਉਹਦਾ, ਧੁੱਪ ਦਾ, ਪ੍ਰਕਾਸ਼ ਦਾ, ਪਰ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ। ਤੇ ਕਬੀਰ ਸਾਹਿਬ ਕਹਿੰਦੇ ਆ ਕਿ ਅੰਨ ਦਾ ਤਿਆਗ ਕਰਨੇ ਨਾਲ ਵੀ ਕਹੂ ਨਾ ਲਾਗੇ ਭਾਗ, ਇਹ ਉਹਦੇ ਨਾਲ ਤੁਹਾਡੇ ਭਾਗ ਨਹੀਂ ਜਾਗਣੇ, ਭਾਗ ਜਾਗਣੇ ਆ ਤੇ ਇਸ ਵਿਵੇਕ ਨੂੰ ਜਗਾਉਣੇ ਨਾਲ, ਸਮਝ ਨਾ, ਆਤਮ ਗਿਆਨ ਲੈ ਕੇ ਆਉਣੇ ਨਾਲ ਬਦਲਨੇ ਆ। ਜੇ ਝੰਜੜ ਮਕਾਣੇ ਆ ਤਾਂ ਇਸ ਤਰ੍ਹਾਂ ਮਕਾਏ ਜਾ ਸਕਦੇ ਨੇ ਕਿ ਸਿਰਫ ਅੰਨ ਨੂੰ ਛੱਡ ਕੇ ਕਿਸਮਤ ਨਹੀਂ ਬਦਲਦੀ, ਵਰਤ ਰੱਖ ਕੇ ਭੁੱਖੇ ਪਿਆਸੇ ਰਹਿ ਕੇ ਕਿਸਮਤ ਨਹੀਂ ਬਦਲਦੀ। ਫਿਰ ਤਾਂ ਬਹੁਤ ਆਸਾਨ ਸੀ, ਬੁਰਾਈਆਂ ਨੂੰ ਤਿਆਗ ਕੇ ਮਨ ਨੂੰ ਸ਼ੁੱਧ ਕਰਕੇ ਫਿਰ ਸਭ ਕੁਝ ਹੁੰਦਾ। ਅਸੀਂ ਨਵਰਾਤਰੇ ਰੱਖਦੇ ਹਾਂ, ਵਰਤ ਰੱਖਦੇ ਹਾਂ, ਰੋਜ਼ੇ ਰੱਖਦੇ ਹਾਂ, ਇਹਨਾਂ ਨਾਲ ਨਹੀਂ ਕਹਿੰਦੇ ਮਨ ਸ਼ੁੱਧ ਹੁੰਦਾ। ਠੀਕ ਹੈ, ਰੱਖ ਲਓ, ਥੋੜ੍ਹਾ ਦਿਨ ਭੁੱਖ ਹੋ ਜਾਏਗੀ, ਇਹਦੀ ਆਦਤ ਹੋ ਜਾਏਗੀ, ਰਿਦਮ 'ਚ ਆ ਜਾਏਗਾ ਥੋੜ੍ਹਾ ਖਾਣੇ ਪੀਣੇ ਦਾ, ਪਰ ਉਸ ਨਾਲ ਕਿਸਮਤ ਨਹੀਂ ਬਦਲਦੀ, ਉਸ ਨਾਲ ਤੁਸੀਂ ਆਤਮ ਗਿਆਨੀ ਨਹੀਂ ਹੁੰਦੇ, ਉਸ ਨਾਲ ਇਸ਼ਕ ਪੈਦਾ ਨਹੀਂ ਹੁੰਦਾ। ਉਹ ਜਿਸ ਦੀ ਇਸ਼ਕ ਦੀ ਗੱਲ ਸਾਡੇ ਸੰਤ ਕਰਦੇ ਨੇ ਕਿ ਤੁਸੀਂ ਬਹੁਤ ਅਨਰਥ ਕਰ ਦਿੱਤਾ,
कलयुग आए करे किए बहुत अनर्थ, कि हाथ ना आया अर्थ, कि धर्म का अर्थ ना हाथ आया, असली अर्थ नहीं आया। कलयुग आ गया, अंत आ गया ਤੁਹਾਡਾ, ਕਿਆਮਤ ਆ ਗਈ, ਤੁਸੀਂ ਸਾਰਾ ਸਮਾਂ ਗਵਾ ਦਿੱਤਾ। चारों तरफ सिर्फ दिखावा ही दिखावा है, जो जग गया इस दिखावे च, उस लिए जे पूरी जी पखंड आ सब खत्म हो जाते। इस सारी दुनिया च पखंड ही तो हो रहे हैं, रिश्तों के नाम से जो पखंड, जो भी कुछ भी है प्रेम के नाम से पखंड। अज थोड़ा जड़ा कोई बहुत प्रिय है मर जाए, नाल ही किस तरह लड़ाइयाँ झगड़े जायदाद के हिस्से पैने शुरू हो जाते हैं, जे वो मरे नूं 2 घंटे भी नहीं होए होंदे। जो जग गया वो इस नाटक नूं देख के समझ जाता कि सब दिखावे दे प्रेम ने, दिखावे दे रिश्ते ने, दिखावे दा धर्म है, दिखावे दी पखंड है, सब कुछ हो रहा जो धार्मिक स्थानों पर भी हो रहा, जो रिश्तियां च हो रहा, वो इस नाटक तो बाहर आ जाता। और जदों फिर वो नाटक देखता, इस किनारे ते बैठ के जदों इस नाटकों की नदी नूं देखदा, समुंदर नूं देखदा, तो बहुत दुखी होंदा एक संत कि काश मैं इन्हां नूं भी इस समुंदर तो कढ़ पांदा, समझा दिंदा, पर समझना कोई नहीं चाहता। ते सुल्तान बाहू कहते असली मर्द वही है जिहड़ा इस नाटक नूं देख के इस नाटक तो बाहर हो गया। वो नहीं जिहड़ा बरत रोजे नमाज़ां पाठां च ही उलझा पिया, जे बाहरी कर्म कांडां च ही उलझा पिया। कि असली मर्द हुआ जो जिहड़ा इस इश्क नूं खरीददा है, खुद नूं बेच के, खुद नूं मिटा के। तो सुल्तान बाहू जी कहते पे ने, जै दिल इश्क खरीद ना कीता, सो दिल दर्द ना जाने हो, खून सुख उसरे हर कोई आखे, कौन कहे मर्दाने हो। गलियां विच फिरन हर वेले, जिमें जंगल ढोर दीवाने हो, मर्द ना मर्द ताही खुलसा बाहू, जद आशक वनसा गाने हो। कि असली आशक वही आ जो इस हंकार नूं छड्ड के उस प्रेम च डुब जाए। बाहू साहब ले मर्द वही आ जो अपनी मैं नूं मार देवे, जाल सुटे उसनूं, जो समाज के डर ले एक दिखावा करते हैं इबादत का, पूजा का, पाठ का, वर्त का, रोजे का, कि वो रूहानी तौर पर पर बुझे हुए दिल ने, बुझ दिल ने, अंदरों मर चुके ने। तो उसे साढ़े कबीर साहब जी कहते हैं, साधो जे मुर्दो कका, कि सारे अनु परम हो गया किसी जी ने। असल विच ये लोग जींदे नहीं है, सिर्फ रस्मां रीति रिवाजां फसे हुए ने, उलझे हुए ने, और खुद नूं दावा करते कि सानू इश्क प्यार है, और अंदर इन्हां दा जिहड़ा कहंदे बुझ चुका है, बुझ दिले अंदरों। इन्हां दे अंदर साहस नहीं उस हंकार नूं खत्म करने का, कि रूहानी तौर पर यह ना मर्द ने, हिजड़े ने, कहते हिजड़ों के समान है। खून सुख उसरे हर कोई आखे, कौन कहे मर्दाना हो। कि इस भरम च है कि यह असली मर्द ने। साढ़े संत मर्द उसनूं कहते जो अपना हंकार मिटा दे, अपनी मैं नूं खत्म कर दे, जींदे जी। मर्द ना मर्द ता खुलसा बाहू, जद आशक बनसा गाने हो। कि जिस तरह एक दुल्हन दे कलाई दे उत्ते एक कंगना बनते हैं, जिन्होंने गाना कहते होंगे बनने, पुराने समय भी बनते सी, मेरे ख्याल अज भी एक बनते गाना, कि दूल्हे के हत्थ से बनते होंगे सी, धागा होंदा सी। उस तो पता लग जाता सी कि हुण इह किसी का हो गया, जिहदा ब्याह हुंदा उहदे बनते होंगे। कि
ਕਿ ਇਹ ਹੁਣ ਕਿਸੇ ਦਾ ਹੋ ਗਿਆ, ਕਿ ਇਹਦਾ ਹੁਣ ਆਪਣਾ ਕੋਈ ਵਜੂਦ ਨਹੀਂ ਬਚਿਆ। ਤੇ ਸੁਲਤਾਨ ਬਾਹੂ ਕਹਿ ਰਹੇ ਨੇ ਕਿ ਅਸਲੀ ਮਰਦ, ਅਸਲੀ ਆਸ਼ਿਕ ਉਹੀ ਆ ਜੋ ਪਰਮਾਤਮਾ ਦਾ ਹੋ ਗਿਆ, ਉਸਦੇ ਨਾਂ ਦਾ ਉਸਨੇ ਗਾਨਾ ਬਣ ਲਿਆ, ਕਿ ਉਹਨੂੰ ਪੂਰੀ ਤਰ੍ਹਾਂ ਉਸਦਾ ਮਾਲਿਕ ਉਹ ਹੋ ਗਿਆ, ਉਸਦਾ ਹੋ ਗਿਆ, ਉਹ ਮਿਟ ਗਿਆ, ਉਸਦੀ ਆਪਣੀ ਕੋਈ ਚਤਰਾਈ, ਆਪਣਾ ਹੰਕਾਰ ਨਹੀਂ ਬਚਿਆ। ਪਰ ਅਸੀਂ ਹਜੇ ਉਸ ਦਿਖਾਵੇ ਤੋਂ ਕਿੱਥੇ ਬਾਹਰ ਆਏ ਹਾਂ। ਇਸ ਦਾ ਆਪਣਾ ਆਪਣਾ ਲੇਵਲ, ਆਪਣੇ ਆਪਣੇ ਗਹਿਣੇ ਪਾ ਕੇ ਬੈਠੇ ਆ। ਕੋਈ ਹਿੰਦੂ, ਕੋਈ ਮੁਸਲਿਮ, ਕੋਈ ਸਿੱਖ, ਕੋਈ ਈਸਾਈ, ਜਾਤੀਆਂ ਦੇ ਨਾਂ 'ਤੇ ਤਾਂ ਪੂਰੀ ਬਰਾਤ ਲਈ ਫਿਰਦੇ ਅਸੀਂ। ਔਰ ਅਸੀਂ ਦਾਅਵਾ ਕਰਦੇ ਹਾਂ ਅਸੀਂ ਕਿ ਖੁਦਾ ਦੇ ਹੋ ਗਏ, ਅਸੀਂ ਅੱਲਾ ਦੇ ਹੋ ਗਏ, ਅਸੀਂ ਮੌਲਾ ਦੇ ਹੋ ਗਏ, ਅਸੀਂ ਪਰਮਾਤਮਾ ਦੇ ਹੋ ਗਏ, ਅਸੀਂ ਈਸ਼ਵਰ ਦੇ ਹੋ ਗਏ, ਉਸਦੇ ਭਗਤ। ਇਹ ਭਗਤ ਹੀ ਤਾਂ ਘੁੰਮ ਰਹੇ ਸਾਰੀ ਤਰ੍ਹਾਂ, ਜੋ ਮੰਦਰਾਂ 'ਚ, ਗੁਰਦੁਆਰਿਆਂ 'ਚ ਘੁੰਮ ਰਹੇ ਨੇ। ਇਹ ਸਭ ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ, ਸਾਡੇ ਸੁਲਤਾਨ ਬਾਹੂ ਕਹਿੰਦੇ, ਸਾਡੇ ਕਬੀਰ ਸਾਹਿਬ ਕਹਿੰਦੇ ਕਿ ਇਹ ਦਿਖਾਵੇ ਦੀ ਬੰਦਗੀ ਹੈ। ਇਹ ਤੁਹਾਨੂੰ ਕਿੱਦਾਂ ਤੁਹਾਡਾ ਭਾਗ ਜਗਾ ਸਕਦੀ ਹੈ, ਕਿੱਦਾਂ ਤੁਹਾਡੇ ਅੰਦਰ ਇਹ ਇਸ਼ਕ ਪੈਦਾ ਕਰ ਸਕਦੀ ਹੈ। ਇਹ ਅਲੱਗ-ਅਲੱਗ ਹੋਣ ਦਾ ਕਾਰਨ ਇਹ ਕੀ ਆ ਕਿ ਹਜੇ ਅੰਦਰ ਉਹ ਅਨੁਭਵ ਨਹੀਂ ਆਇਆ ਅਦਵੈਤ ਦਾ। ਸੂਫੀ ਇਸ ਨੂੰ ਕਹਿੰਦੇ ਨੇ ਕਿ ਗਾਨਾ ਨਹੀਂ ਹਜੇ ਬਣਿਆ ਉਸਦਾ, ਕਿ ਮਰਨੇ ਦੀ ਤਿਆਰੀ ਨਹੀਂ ਕੀਤੀ, ਉਹ ਯੁੱਧ 'ਚ ਨਹੀਂ ਹਜੇ ਉਤਰੇ। ਜਿਸ ਤਰ੍ਹਾਂ ਉਤਰ ਕੇ ਤੁਸੀਂ ਮਿਟ ਜਾਂਦੇ, ਦੇਹ ਭਾਵ ਮਿਟ ਜਾਂਦਾ, ਇਹ ਸਾਰੀਆਂ ਪਹਿਚਾਣਾਂ ਮਿਟ ਜਾਂਦੀਆਂ। ਬਾਹੂ ਸਾਹਿਬ ਜੀ ਕਹਿੰਦੇ ਨੇ ਕਿ ਮਰਦ ਔਰ ਨਾ ਮਰਦ ਦਾ ਫਰਕ ਉਦੋਂ ਪਤਾ ਚੱਲਦਾ ਹੈ ਜਦੋਂ ਇਹ ਕੁਰਬਾਨੀ ਦਾ ਵਕਤ ਆਉਂਦਾ, ਜਦੋਂ ਇਸ ਈਗੋ, ਇਸ ਹੰਕਾਰ ਦੀ ਗਰਦਨ ਕੱਟੀ ਜਾਂਦੀ ਹੈ, ਉਦੋਂ ਪਤਾ ਚੱਲਦਾ ਕਿ ਅਸਲੀ ਮਰਦ ਕੌਣ ਆ। ਪਰ ਬਾਕੀ ਤਾਂ ਸਾਰੇ ਨਾ ਮਰਦ ਹੀ ਘੁੰਮੀ ਰਹਿ ਰਹੇ ਨੇ ਔਰ ਚਲਾ ਰਹੇ ਨੇ ਕਿ ਉੱਚੀਆਂ ਬਾਂਗਾ ਸ਼ਾਂਗਾ ਮਾਰਨ ਨੇ। ਜਿਸ ਤਰ੍ਹਾਂ ਸੁਲਤਾਨ ਬਾਹੂ ਆਪਣੇ ਕਲਾਮ 'ਚ ਕਹਿੰਦੇ ਨੇ ਕਿ ਉਹ ਬਾਂਗਾ ਚੰਗਾ ਮਾਰ ਰਹੇ ਨੇ ਅਜੇ। ਕਿ ਸੱਚਾ ਆਸ਼ਿਕ ਤਾਂ ਉਦੋਂ ਹੀ ਮਿਲਦਾ ਲੱਗਦਾ ਜਦੋਂ ਉਸਦੀ ਈਗੋ, ਉਸਦਾ ਇਹ ਸਾਰਾ ਹੋਣਾ ਕੁਛ ਜਿਹੜਾ ਪਹਿਚਾਣਾ ਤੁਸੀਂ ਬਣਾ ਕੇ ਬੈਠੇ ਹੋ, ਹਜ਼ਾਰਾਂ ਤਰ੍ਹਾਂ ਦੀਆਂ ਪਹਿਚਾਣਾਂ, ਉਹ ਜੋ ਮਿਟ ਜਾਂਦੀਆਂ ਨੇ। ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ। ਇਸ ਪਖੰਡ ਨੂੰ ਦੇਖ ਲਓ ਅੱਖਾਂ 'ਚ ਅੱਖਾਂ ਪਾ ਕੇ, ਆਪਣੇ ਸੂਫੀਆਂ ਸੰਤਾਂ ਨੂੰ ਪੜ੍ਹ ਲਓ। ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੀ, ਪਰ ਪੜ੍ਹੂਗਾ ਵੀ ਉਹਨਾਂ ਨੂੰ ਉਹੀ ਜੋ ਸਮਝ ਗਿਆ ਹੈ। ਔਰ ਫਿਰ ਸਾਰਾ ਕੁਝ ਪਿਘਲ ਜਾਂਦਾ, ਦੇਖਣੇ ਨਾਲ ਅੱਖਾਂ 'ਚ ਅੱਖਾਂ ਪਾ ਕੇ। ਬਸ ਜਿੱਥੇ ਸਮਝ ਆ ਗਈ ਉੱਥੇ ਨਾ ਸਮਝੀ ਖਤਮ ਹੋ ਜਾਂਦੀ ਹੈ। ਜਦੋਂ ਇਹ ਅੱਖਾਂ 'ਚ ਅੱਖਾਂ ਪਾ ਕੇ ਦੇਖ ਲੈਂਦਾ, ਜਦੋਂ ਇਹ ਸਾਰੀਆਂ ਚੁਤਰਾਈਆਂ ਪਤਾ ਚੱਲ ਜਾਂਦੀਆਂ, ਫਿਰ ਸਾਡੇ ਸੂਫੀ ਕਹਿੰਦੇ ਆਪਣਾ ਦਰਦ ਵੀ ਬਹੁਤ ਬਿਆਨ ਕਰਦੇ ਇਸ ਵੇਲੇ ਕਿ ਇਹ ਬੱਚਿਆਂ ਦਾ ਖੇਲ ਥੋੜ੍ਹੀ ਆ, ਤਾਂ ਹੀ ਤਾਂ ਆਉਂਦੇ ਨਹੀਂ ਕੋਈ ਇੱਧਰ ਨੂੰ, ਕਿ ਜੋ ਇਹ ਸਮਝਾ ਰਹੇ ਨੇ, ਜੋ ਕੋਈ ਸਮਝਦਾ ਹੈ ਬੱਚਿਆਂ ਦਾ ਖੇਲ ਨਹੀਂ। ਕਿ ਬੱਚੇ ਖਿਡੌਣਿਆਂ ਨਾਲ ਖੇਲਦੇ ਆ, ਖਿਡੌਣੇ ਉਹਨਾਂ ਦੇ ਛੀਨ ਲਓ ਅਤੇ ਨਾਲ ਹੀ ਉਹ ਫਿਰ ਖੋਲ੍ਹੋ ਉਹਨਾਂ ਕੋਲੋਂ, ਅਤੇ ਨਾਲੇ ਰੋਣ ਲੱਗ ਪੈਂਦੇ, ਨਾਲੇ ਚਲਾਉਣ ਲੱਗ ਪੈਂਦੇ, ਨਾਲੇ ਚੀਜ਼ਾਂ ਚੁੱਕ ਚੁੱਕ ਕੇ ਮਾਰਨਾ ਸ਼ੁਰੂ ਕਰ ਦਿੰਦੇ। ਅਤੇ ਸਾਡੇ ਸੂਫੀ ਫਿਰ ਆਪਣਾ ਦਰਦ ਬਿਆਨ ਕਰਦੇ ਆ, ਕਹਿੰਦੇ ਨੇ ਕਿ ਇਹ ਜਿਹੜੀ ਸਾਰੀ ਦੁਨੀਆ, ਇਹ ਕਰਮ ਕਾਂਡਾਂ 'ਚ, ਇਹਨਾਂ 'ਚ ਸਭ ਲੱਗੇ ਹੋਏ ਨੇ, ਕਿਉਂਕਿ ਬੱਚੇ ਸਾਨੂੰ ਖਿਡੌਣਿਆਂ ਨਾਲ ਬਹੁਤ ਪਿਆਰ ਹੋ ਗਿਆ। ਸਾਡੇ ਸੁਲਤਾਨ ਬਾਹੂ ਜੀ ਕਹਿੰਦੇ ਨੇ ਦੁੱਧ ਦਹੀਂ ਤੇ ਹਰ ਕੋਈ ਰਿੜਕੇ, ਆਸ਼ਕ ਵਾਹ ਰਿੜਕਦੇ ਹੋ, ਤਨ ਚਰੋਟਾ ਮਨ ਮਦਾਨੀ, ਆਹਾ ਨਾਲ ਹਿਲਦੇ ਹੋ, ਦੁੱਖ ਦਾ ਨੇਤਰ ਕੱਢੇ ਲਿਸ਼ਕਾਰੇ, ਹੰਝੂ ਪਾਣੀ ਪੀਂਦੇ ਹੋ, ਨਾਮ ਫਕੀਰ ਤਿਨਾਂ ਦਾ ਬਾਹੂ, ਹੱਡੋ ਮੱਖਣ ਕੱਢਦੇ ਹੋ। ਕਿ ਇਹ ਇਸ ਕਰਕੇ ਨਹੀਂ ਬੱਚੇ ਇੱਧਰ ਨੂੰ ਆਉਂਦੇ, ਕਾਰਨ ਦੱਸ ਰਹੇ ਨੇ ਕਿਉਂ ਨਹੀਂ ਆਉਂਦੇ ਲੋਕੀ ਇੱਧਰ, ਕਿਉਂ ਉਲਝੇ ਨੇ ਇਹਨਾਂ ਰੀਤੀਆਂ ਰਿਵਾਜ਼ਾਂ 'ਚ, ਕਿਉਂ ਉਲਝੇ ਨੇ ਇਹਨਾਂ 'ਚ ਵਰਤਾਂ 'ਚ, ਰੋਜ਼ਿਆਂ 'ਚ, ਪਾਠ 'ਚ, ਨਮਾਜ਼ਾਂ 'ਚ, ਨੀਤੀਆਂ ਨਿਯਮਾਂ ਦੇ ਵਿੱਚ, ਕਿ ਇਸ ਵੇਲੇ ਆਹ ਕਰਨਾ, ਇਸ ਵੇਲੇ ਆਹ ਕਰਨਾ, ਜੇ ਉਹ ਸਭ ਕੁਛ ਕਿਉਂ ਉਲਝੇ ਨੇ।
ਸੁਲਤਾਨ ਬਾਹੂ ਜੀ ਕਹਿੰਦੇ ਨੇ ਕਿ ਦੁੱਧ ਦਹੀਂ ਤਾਂ ਹਰ ਕੋਈ ਰਿੜਕਦਾ, ਹਰ ਘਰ ਵਿੱਚ ਦੁੱਧ ਦਹੀਂ ਰਿੜਕਿਆ ਜਾਂਦਾ ਹੈ ਤਾਂ ਕਿ ਸਾਨੂੰ ਮੱਖਣ ਮਿਲ ਸਕੇ, ਘੀ ਮਿਲ ਸਕੇ। ਦੁਨੀਆ ਇਹਨਾਂ ਛੋਟੀ ਛੋਟੀ ਚੀਜ਼ਾਂ ਲਈ ਸਾਰੀ ਮਿਹਨਤ ਕਰਦੀ ਆ, ਪਰ ਇੱਕ ਜਿਹੜਾ ਆਸ਼ਿਕ ਵਾ ਉਹ ਵਾਹ ਰਿੜਕਦਾ, ਅੱਗ ਨੂੰ ਰਿੜਕਦਾ। ਕਿ ਜਿਹੜਾ ਆਮ ਇਨਸਾਨ ਆ ਸੁਵਿਧਾ ਪਾਉਣੀਆਂ ਚਾਹੁੰਦਾ, ਸੁੱਖ ਪਾਉਣਾ ਚਾਹੁੰਦਾ, ਖੁਸ਼ੀ ਪਾਉਣਾ ਚਾਹੁੰਦਾ, ਉਸ ਲਈ ਸਾਰਾ ਕੁਝ ਕਰਦਾ, ਜਿਹੜਾ ਕਰਮ ਕਾਂਡ ਕਰਦਾ। ਲੇਕਿਨ ਆਸ਼ਿਕ ਆਪਣੇ ਅੰਦਰ ਇਸ਼ਕ ਦੀ ਅੱਗ ਜਾਲਦਾ, ਫਿਰ ਮਥਨ ਕਰਦਾ, ਉਹਨੂੰ ਰਿੜਕਦਾ, ਦਰਦ ਨੂੰ, ਉਸਨੂੰ, ਅੱਗ ਨੂੰ, ਸਬਕਾਸੀ ਨੂੰ ਨਕਾਰਦਾ। ਉਹ ਫਿਰ ਬੈਠ ਨਹੀਂ ਸਕਦਾ ਸਾਰਿਆਂ ਦੇ ਵਿੱਚ ਆ ਕੇ, ਸਭ ਕੁਛ ਨੂੰ ਨਕਾਰ ਦਿੰਦਾ, ਨੀਤੀ ਕਰ ਦਿੰਦਾ। ਇਹ ਵੀ ਸੱਚ ਨਹੀਂ, ਇਹ ਵੀ ਸੱਚ ਨਹੀਂ, ਝੂਠ ਨੂੰ ਨਕਾਰਦਾ ਜਾਂਦਾ, ਬਸ ਇਹੀ ਉਹਦਾ ਰਸਤਾ। ਉਹ ਬੜਾ ਦੁਖਦਾਇਕ ਆ, ਜੋ ਕੁਛ ਦੇਖੋ ਉਹੀ ਝੂਠ। ਐਸੀਆਂ ਅੱਖਾਂ ਲੱਗੀਆਂ, ਐਸੀਆਂ ਅੱਖਾਂ ਖੋਲੀਆਂ ਕਿ ਹਰ ਚੀਜ਼ ਝੂਠੀ ਹੋ ਗਈ, ਦੁਨੀਆ ਦੀ ਤੋੜ ਖਤਮ ਹੋ ਗਈ। ਜਿੱਧਰ ਨੂੰ ਦੇਖਦਾ ਫਿੱਕਾ ਫਿੱਕਾ ਲੱਗਦਾ ਸਭ ਕੁਛ, ਰਿਸ਼ਤੇ, ਚੀਜ਼ਾਂ, ਜੇ ਧਰਮ, ਜੇ ਸਾਰਾ ਕੁਛ, ਜੋ ਵੀ ਰੀਤੀ ਰਿਵਾਜ, ਜੋ ਕੁਛ ਵੀ ਹੋ ਰਿਹਾ, ਦੂਰ ਦੂਰ ਤੱਕ ਜੋ ਵੀ ਨਜ਼ਰ ਆਉਂਦਾ, ਇਹ ਸਭ ਕੁਛ ਫਿੱਕਾ ਹੋ ਗਿਆ। ਐਸੀ ਸਮਝ ਆਈ, ਐਸੀ ਗਿਆਨ ਦੀ ਨੇਰੀ ਆਈ ਕਿ ਸਭ ਕੁਛ ਉਡਾ ਦਿੱਤਾ। ਵੀ ਇਸੇ ਅਗਿਆਨਤਾ ਨੇ ਸਾਨੂੰ ਸੱਚ ਤੋਂ ਦੂਰ ਕੀਤਾ ਸੀ। ਇਹ ਸਾਰੇ ਕਾਸੀ ਨੂੰ ਕੱਢ ਕੇ ਬਾਹਰ ਸੁੱਟ ਦਿੰਦਾ, ਆਪਣੇ ਝੂਠ ਨੂੰ, ਆਪਣੇ ਅੰਦਰ, ਜਿਸ ਨੂੰ ਉਹਨਾਂ ਨੇ ਹੰਕਾਰ ਕਿਹਾ, ਅਹਮ ਕਿਹਾ, ਕਿ ਸਾਨੂੰ ਉਸ ਪਿਆ ਤੋਂ, ਸਾਨੂੰ ਸੱਚ ਤੋਂ ਦੂਰ ਕੀਤਾ ਸੀ ਉਸਨੇ। ਤਨ ਚਰੋਟਾ ਮਨ ਮਦਾਨੀ ਆਹਾਂ ਨਾਲ ਹਿਲਦੇ ਹੋ, ਕਿ ਤੜਫ ਦੱਸੀ ਉਹਨਾਂ ਦੀ, ਜਿਸ ਤਰ੍ਹਾਂ ਮਟਕੇ ਦੇ ਵਿੱਚ ਮਦਾਨੀ ਹਿਲਦੀ ਹੈ, ਚੱਲਦੀ ਹੈ, ਇਸੇ ਤਰ੍ਹਾਂ ਆਸ਼ਕ ਦੇ ਅੰਦਰ, ਤਨ ਦੇ ਅੰਦਰ, ਇਹ ਤਨ ਇੱਕ ਮਟਕਾ ਹੈ, ਉਹ ਮਨ ਦੇ ਵਿੱਚ ਮਥਨ ਹੁੰਦਾ ਹੈ, ਸੋਚ ਵਿਚਾਰ ਹੁੰਦਾ ਹੈ, ਆਪਣੀ ਤੜਫ ਦੀ ਆਹ ਪੈਦਾ ਹੁੰਦੀ ਹੈ ਅੰਦਰ, ਆਪਣੇ ਅੰਦਰ ਸੱਚ ਝੂਠ ਦਾ ਇੱਕ ਮਥਨ ਚਲਾਉਂਦਾ, ਜਿਸ ਤੋਂ ਰਿੜਕ ਕੇ ਉਸ ਝੂਠ ਨੂੰ ਬਾਹਰ ਕੱਢ ਕੇ ਸੁੱਟੀ ਜਾਂਦਾ। ਇੱਕ ਅੰਦਰ ਤੜਫ ਪੈਦਾ ਹੁੰਦੀ ਹੈ, ਜੁਦਾ ਕਰਨਾ ਆਪਣੇ ਆਪ ਤੋਂ ਉਸ ਝੂਠ ਨੂੰ, ਕਿ ਅੰਦਰ ਜਿਸ ਤਰ੍ਹਾਂ ਸੱਪ, ਨਾਗ ਦੀ ਤਰ੍ਹਾਂ ਜ਼ਹਿਰ ਜਿਹੜੀ ਚੜ੍ਹਦੀ ਹੈ, ਇਹਦਾ ਨਾ ਜਿਹੜੀ ਕੁੰਡਲੀ ਊਰਜਾ ਜਦੋਂ ਉੱਪਰ ਨੂੰ ਉੱਠਦੀ ਹੈ, ਜਿਹੜਾ ਕੋਈ ਸੱਚ ਨਹੀਂ ਦਾ ਸੱਪ ਜਾਂ ਨਾਗ, ਸਿਰਫ ਉਹਨਾਂ ਨੇ ਪੀੜਾ ਬਿਆਨ ਕੀਤੀ ਆਪਣੀ, ਕਿ ਉਹ ਜਦੋਂ ਊਰਜਾ ਤੜਫ ਜਿਹੜੀ ਆ ਸਾਡੀ, ਜਦੋਂ ਜਾਗਣੇ ਦੀ ਇੱਕ ਤੜਫ ਹੁੰਦੀ ਆ, ਉਹ ਸਿਰਫ ਪ੍ਰਤੀਕ ਆ, ਕੁੰਡਲੀ ਊਰਜਾ, ਉਹ ਸੱਪ, ਉਹ ਨਾਗ, ਕਿ ਇਸ ਤਰ੍ਹਾਂ ਸਾਡੇ ਅੰਦਰ ਉਹ ਜ਼ਹਿਰ, ਉਹ ਊਰਜਾ ਬਣ ਕੇ ਇਸ ਤਰ੍ਹਾਂ ਉੱਪਰ ਨੂੰ ਚੜ੍ਹਦੀ ਆ, ਵੀ ਉਹ ਚੈਨ ਨਾ ਬੈਠਣ ਨਹੀਂ ਦਿੰਦੀ ਹੈ। ਜਦੋਂ ਬੰਦੇ ਦਾ ਆਪਣੀ ਸੁਰਤੀ ਨਾਲ ਮਿਲਨ ਹੁੰਦਾ, ਹੋਸ਼, ਜਿਸ ਨੂੰ ਬੋਧ ਗਿਆ, ਕਿ ਬੋਧ ਜਾਗਿਆ, ਦੁੱਖ ਦਾ ਨੇਤਰ ਕੱਢੇ ਲਿਸ਼ਕਾਰੇ, ਹੰਝੂ ਪਾਣੀ ਪੀਂਦੇ, ਕਿ ਦੁੱਖ ਦੇ ਨੇਤਰ ਹੁੰਦੇ ਨੇ, ਦੁੱਖ ਦੇ, ਕਿ ਹੰਝੂਆਂ ਦਾ ਪਾਣੀ ਪੀਂਦੇ ਨੇ, ਕਿ ਆਸ਼ਕ ਦੇ ਕੋਲ ਜਿਹੜੀ ਰੱਸੀ ਆ ਇਹ ਰਿੜਕਣੇ ਲਈ, ਉਹ ਦੁੱਖ ਦੀ ਰੱਸੀ ਆ, ਕਿਉਂਕਿ ਦੁੱਖ ਹੀ ਆ ਇੱਕ ਜਿਹੜਾ ਤੁਹਾਨੂੰ ਅਧਿਆਤਮਿਕ ਬਣਾ ਦਿੰਦਾ, ਇਸ ਵੱਲ ਨੂੰ ਲੈ ਕੇ ਆਉਂਦਾ, ਇਸ ਸੱਚ ਵੱਲ ਨੂੰ। ਜਦੋਂ ਦੁਨੀਆ ਦਾ ਤੁਸੀਂ ਝੂਠ ਦੇਖਦੇ ਹੋ, ਕਿ ਦੁੱਖ ਪੈਦਾ ਹੁੰਦਾ, ਸੱਚਾਈ ਨੂੰ ਦੇਖ ਕੇ ਜਿਹੜਾ ਦੁੱਖ ਪੈਦਾ ਹੁੰਦਾ, ਝੂਠ ਨੂੰ ਦੇਖ ਕੇ ਇਹ ਫਰਕ ਜਦੋਂ ਦਿਸਦਾ, ਇੱਕ ਦੁੱਖ ਵੀ ਪੈਦਾ ਹੁੰਦਾ, ਉਸ ਦੁੱਖ ਨੂੰ ਬਿਆਨ ਕਰ ਰਹੇ ਨੇ ਸਾਡੇ ਸੰਤ, ਕਿ ਇਸ ਕਰਕੇ ਨਹੀਂ ਇੱਧਰ ਨੂੰ ਕੋਈ ਆਉਂਦਾ, ਦੁੱਧ ਦਹੀਂ ਤਾਂ ਸਾਰੀ ਦੁਨੀਆ ਰਿੜਕਦੀ ਆ, ਕਿ ਮੱਖਣ ਮਿਲ ਜਾਵੇ, ਸੁੱਖ ਸੁਵਿਧਾਵਾਂ ਮਿਲ ਜਾਣ, ਇਸ ਲਈ ਪੂਜਾ ਪਾਠ ਕਰਦੇ ਨੇ, ਕੁਝ ਪਾਣੀ ਲਈ ਕਰਦੇ ਨੇ ਪੂਜਾ ਪਾਠ, ਮੰਦਰਾਂ 'ਚ ਸੁੱਖਣਾ ਸੁੱਖਦੇ ਨੇ, ਮੈਨੂੰ ਆਹ ਮਿਲ ਜਾਵੇ, ਉੱਥੇ ਤਵੀਜ਼ ਮਿਲ ਜਾਵੇ, ਆਓ ਜੇ ਉਹ ਸਭ ਕੁਛ 100 ਤਰ੍ਹਾਂ ਦੀਆਂ ਗੱਲਾਂ ਕਰਦੇ, ਤੁਹਾਨੂੰ ਸਭ ਪਤਾ। ਅਤੇ ਜਿਹੜਾ ਇੱਕ ਸੱਚਾ ਸੰਤ ਸੂਫੀ ਹੁੰਦਾ, ਅਤੇ ਉਹ ਇਹ ਆਪਣੀ ਪੀੜਾ ਬਿਆਨ ਕਰ ਰਿਹਾ, ਕਿ ਜਦੋਂ ਮਥਨ ਕਰਦਾ, ਰਿੜਕਦੇ ਉਹ ਵੀ ਆ, ਪਰ ਉਹ ਦੁੱਖ ਦੀ ਰੱਸੀ ਨਾਲ ਰਿੜਕਦੇ ਨੇ, ਫਿਰ ਹੰਝੂ ਪਾਣੀ ਪੀਂਦੇ ਨੇ, ਅਤੇ ਫਿਰ ਜਾ ਕੇ ਭੇਦ ਖੁੱਲ੍ਹਦੇ ਨੇ। ਉਹ ਸੰਸਾਰਿਕ ਦੁੱਖ ਨਹੀਂ ਹੈ,
ਜਿਹੜਾ ਅਸੀਂ ਆਪਣੇ ਕੁਛ ਨਾ ਮਿਲਣੇ 'ਤੇ ਜਿਹੜਾ ਸਾਨੂੰ ਦੁੱਖ ਹੁੰਦਾ, ਉਹਨਾਂ ਦਾ ਦੁੱਖ ਰੋਣਾ ਜਿਹੜਾ ਹੈ ਉਹ ਸੱਚ ਲਈ ਆ, ਉਸ ਇਸ਼ਕ ਲਈ ਆ ਜੋ ਕਿ ਅਸੀਂ ਸੱਚ ਤੋਂ ਦੂਰ ਹਾਂ, ਆਪਣੇ ਮਾਲਿਕ ਤੋਂ ਦੂਰ ਹਾਂ, ਜੋ ਸੱਚ ਆ, ਜਿਸ ਨੂੰ ਕਿਹਾ, ਜਿਸ ਨੂੰ ਪਰਮਾਤਮਾ ਕਿਹਾ, ਜਿਸ ਨੂੰ ਅੱਲਾ ਕਿਹਾ। ਕੋਈ ਚੀਜ਼ ਨਹੀਂ, ਇੱਕ ਅਵੇਅਰਨੈਸ, ਇੱਕ ਸੱਚ ਨਾਲ ਪਿਓਰ ਹੋ ਕੇ ਜੋ ਜੀਣਾ ਜਿਹੜਾ ਹੁੰਦਾ। ਹੋਸ਼ ਦਾ ਇੱਕ ਦਰਦ ਹੁੰਦਾ, ਬੇਹੋਸ਼ੀ ਤਾਂ ਜਿੰਨੀ ਮਰਜ਼ੀ ਚੀੜ ਫਾੜ ਕਰੀ ਜਾਓ ਉੱਥੇ ਦਰਦ ਹੁੰਦਾ। ਜ਼ਿਆਦਾਤਰ ਡਾਕਟਰ ਚੀੜ ਫਾੜ ਉਦੋਂ ਹੀ ਕਰਦੇ ਜਦੋਂ ਉਹ ਬੇਹੋਸ਼ ਕਰ ਦਿੰਦੇ ਤੁਹਾਨੂੰ। ਜਾਗਦੇ ਤੇ ਕੌਣ ਕਰ ਸਕਦਾ, ਕੌਣ ਕਰਵਾ ਸਕਦਾ, ਤੇ ਸੰਤ ਉਹ ਕਰਵਾਉਂਦੇ ਨੇ। ਖੁਦ ਦੇਖ ਦੇਖ ਕੇ ਇੱਕ ਤਰ੍ਹਾਂ ਦਾ ਵੀ ਚੀਰ ਫਾੜ ਹੁੰਦੀ ਹੈ। ਪੋਸਟਮਾਸਟਮ ਜਿਹੜਾ ਤਾਂ ਮਰੇ ਦੇ ਹੁੰਦਾ, ਪਰ ਇੱਕ ਜੀਂਦੇ ਤੇ ਜਦੋਂ ਬਿਮਾਰੀ ਨੂੰ ਠੀਕ ਕਰਦੇ ਆ, ਕੈਂਸਰ ਹੋਵੇ, ਕੁਛ ਵੀ ਹੋਵੇ, ਚੀਰ ਫਾੜ ਕਰਕੇ ਕੱਢਦੇ ਉਹਨੂੰ, ਜਾਂ ਜਿੱਦਾਂ ਵੀ ਆਪਰੇਸ਼ਨ ਕਰਦੇ, ਉਹ ਉਸ ਦੀ ਗੱਲ ਬਿਆਨ ਕਰ ਰਹੇ ਨੇ ਕਿ ਹੰਝੂਆਂ ਦੇ ਵਿੱਚ, ਅੱਖਾਂ ਦੇ ਵਿੱਚੋਂ ਹੰਝੂ ਝਰਦੇ ਨੇ ਪਾਣੀ ਦੀ ਤਰ੍ਹਾਂ। ਇਹ ਤਾਂ ਹੀ ਇਹ ਮੱਥਨ ਕਰਨੇ ਦੀ ਕਿਰਿਆ ਹੁੰਦੀ ਹੈ। ਹੱਡੋਂ ਮੱਖਣ ਕੱਢਦੇ ਹੋ, ਸੁਲਤਾਨ ਬਾਹੂ ਕਹਿੰਦੇ ਕਿ ਦੁਨੀਆ ਜਿਹੜੀ ਆ ਉਹ ਦੁੱਧ ਦੇ ਵਿੱਚੋਂ ਮੱਖਣ ਕੱਢਦੀ ਆ, ਆਪਣੇ ਸਵਾਦ ਲਈ, ਜੀਵਲੇ ਸਵਾਦ ਲਈ, ਖਾਣੇ ਲਈ, ਪੀਣੇ ਲਈ, ਪਰ ਇੱਕ ਸੱਚਾ ਫਕੀਰ ਆਪਣੀਆਂ ਹੱਡੀਆਂ ਦੇ ਵਿੱਚੋਂ ਮੱਖਣ ਕੱਢਦਾ, ਕਿ ਤੁਹਾਨੂੰ ਇਸ ਤਰ੍ਹਾਂ ਹਿਲਾ ਕੇ ਰੱਖ ਦਿੰਦਾ ਹੈ ਸੱਚ ਝੂਠ ਦਾ ਜਿਹੜਾ ਅਹਮ ਔਰ ਸੱਚ ਦਾ ਮਿਲਣ ਆ, ਜਿਸ ਦਾ ਝੂਠ ਨੂੰ ਖਤਮ ਕਰਨਾ, ਆਪਣੇ ਹੰਕਾਰ ਨੂੰ ਮਿਟਾਉਣਾ, ਆਪਣੀਆਂ ਸਾਰੀਆਂ ਪਹਿਚਾਣਾਂ ਨੂੰ ਮਿਟਾ ਦੇਣਾ, ਪਿਓਰ ਹੋ ਜਾਣਾ। ਉਸ ਦੀ ਗੱਲ ਕਰਦੇ ਆ ਕਿ ਉਹ ਹਿਲਾ ਕੇ ਰੱਖ ਦਿੰਦਾ ਬੰਦੇ ਨੂੰ, ਕਿ ਜਦੋਂ ਆਪਣੇ ਹੰਕਾਰ ਨੂੰ ਪੂਰੀ ਤਰ੍ਹਾਂ ਨਿਚੋੜ ਦਿੰਦਾ, ਕੱਢ ਦਿੰਦਾ, ਇੱਕ ਕਚਰਾ ਜਿੱਦਾਂ ਕਤਰਾ ਕੱਢ ਕੇ ਸੁੱਟ ਦਿੰਦਾ ਆਪਣੇ ਤੋਂ, ਜਿਹੜਾ ਉਹ ਫਿਰ ਬਚਦਾ, ਉਹ ਅਸਲੀ ਫਕੀਰ ਹੁੰਦਾ ਫਿਰ, ਜੋ ਉਸ ਦੇ ਵਿੱਚ ਫਿਰ ਬਚਦਾ। ਉਹ ਇਸ਼ਕ, ਉਹ ਪਿਆਰ, ਉਹ ਸੱਚ। ਉਹ ਜਿਹੜਾ ਆਮ ਇਨਸਾਨ ਆ ਉਹ ਸਿਰਫ ਦੁੱਧ 'ਤੇ ਹੀ ਰਿੜਕਦਾ ਕਿ ਸੰਸਾਰਿਕ ਸੁਵਿਧਾਵਾਂ ਮਿਲ ਜਾਣ ਮੈਨੂੰ, ਮੇਰਾ ਆਪ ਵਿਗੜਿਆ ਕੰਮ ਬਣ ਜਾਵੇ। ਇਸ ਕਰਕੇ ਬੰਦਗੀ ਜ਼ਿਆਦਾਤਰ ਕਰਦੇ, ਵਰਤ ਰੱਖਦੇ, ਇੰਨੇ ਰੋਜ਼ੇ ਰੱਖਾਂਗੇ, ਇੰਨੇ ਵਰਤ ਰੱਖਾਂਗੇ, ਆਹ ਹੋ ਜਾਊਗਾ, ਉਹ ਹੋ ਜਾਊਗਾ, ਮੈਨੂੰ ਉਹ ਮਿਲ ਜਾਊਗਾ, ਮੇਰਾ ਆਹ ਹੋ ਜਾਊ, ਮੇਰਾ ਉਹ ਹੋ ਜਾਊ। ਹਜ਼ਾਰ ਤਰ੍ਹਾਂ ਦੀਆਂ ਬੈਂਸਾਂ ਉਹਨਾਂ ਦੀਆਂ ਕਾਮਨਾਵਾਂ ਉਸ ਲਈ ਕਰਦੇ। ਇਹ ਦੁੱਧ 'ਤੇ ਹੀ ਨਹੀਂ ਰਿੜਕਣਾ। ਮੇਰੇ ਹਰ ਰੋਜ਼ ਜਿਹੜੀ ਪੂਜਾ ਪਾਠ ਕਰਦੇ ਸਵੇਰੇ ਸ਼ਾਮ, ਜਾਂ ਸਮੇਂ ਆਉਣੇ ਤੱਕ ਕਰਦੇ ਆ, ਕਿਉਂਕਿ ਸੰਤ ਵਾਲੇ ਸਮਾਂ ਠਹਿਰ ਜਾਂਦਾ ਉਹਨਾਂ ਲਈ। ਹਰ ਵੇਲੇ ਇਬਾਦਤ ਆ, ਕਹਿੰਦੇ ਐਸਾ ਹੁਣ ਤਾਂ ਹੋ ਗਿਆ ਕਿ ਅਸੀਂ ਸਜਦਾ ਭੁੱਲ ਗਏ ਤੇਰਾ, ਸਾਨੂੰ ਕੋਈ ਸਮੇਂ ਦੀ ਪਰਵਾਹ ਦੁਆ ਨਹੀਂ ਰਿਹਾ, ਹੋਸ਼ ਨਹੀਂ ਰਹੀ। ਹਰਦਮ ਜਿਹੜਾ ਬੰਦਗੀ ਕਰਦਾ ਉਹਨੂੰ ਕਿਸੇ ਸਮੇਂ ਦੀ ਥੋੜ੍ਹੀ ਬੰਦਗੀ ਕਰਨੀ ਹੁੰਦੀ ਹੈ, ਕਿ ਇਸ ਸਮੇਂ ਬੰਦਗੀ ਕਰਨੀ ਹੈ। ਅਤੇ ਸੁਲਤਾਨ ਬਾਹੂ ਜੀ ਦੱਸਦੇ ਆ ਕਿ ਕਿਉਂ ਨਹੀਂ ਲੋਕ ਇਸ ਪਾਸੇ ਨੂੰ ਆਉਂਦੇ, ਕਿ ਆਹ ਕੁਛ ਝੱਲਣਾ ਪੈਂਦਾ, ਇਸ ਕਰਕੇ ਨਹੀਂ ਆਉਂਦੇ। ਇਸੇ ਕਰਕੇ ਜਿਹੜੇ ਡੇਲੀ ਰੀਤੀ ਰਿਵਾਜ ਨੇ, ਨਿਯਮਾਂ ਦੀ ਗਿਣਤੀ ਦੀ ਜਿਹੜੀ ਪੂਜਾ ਪਾਠ ਹੀ ਆ, ਤਸਬੀਹ ਫੇਰਨੀ, ਮਾਲਾ ਜਪ ਕਰਨਾ, ਵਰਤ ਰੋਜ਼ੇ ਰੱਖਣੇ, ਅਤੇ ਉਹ ਫਿਰ ਉਸੇ 'ਚ ਹੀ ਆਪਣਾ ਟਾਈਮ ਪਾਸ ਕਰਦੇ ਆ, ਕਿਉਂਕਿ ਫਿਰ ਦੁਨੀਆ ਨੂੰ ਦਿਖਾਉਣਾ ਹੁੰਦਾ ਕਿ ਅਸੀਂ ਧਾਰਮਿਕ ਹਾਂ, ਅਸੀਂ ਨੇਕ ਇਨਸਾਨ ਹਾਂ। ਕਿਉਂਕਿ ਦੁਨੀਆ ਬਾਹਰ ਦੀ ਨੇਕੀ ਨੂੰ ਦੇਖਦੀ ਆ, ਅੰਦਰ ਦੀ ਨੇਕੀ ਨੂੰ ਨਹੀਂ ਦੇਖਦੀ। ਕਿ ਅਸਲੀ ਫਕੀਰ ਤਨ ਦੀ ਮਟਕੀ ਅਤੇ ਮਨ ਦੀ ਮਦਾਨੀ ਬਣਾ ਕੇ ਰੜਕਦਾ, ਅਤੇ ਬੰਦਾ ਫਿਰ ਜਿੱਦਾਂ ਖਾਣੇ ਪੀਣੇ ਦਾ ਹਿਸਾਬ ਰੱਖਦਾ, ਇੰਨੇ ਰੋਜ਼ੇ ਰੱਖਣੇ, ਇੰਨੇ ਵਰਤ ਰੱਖਣੇ, ਇੰਨੀ ਵਾਰੀ ਪੂਜਾ ਕਰਨੀ, ਇੰਨੇ ਵਾਰੀ ਨਮਾਜ਼ ਕਰਨੀ, ਇੰਨੇ ਵਾਰੀ ਪਾਠ ਪੜ੍ਹਨਾ। ਸਭ ਧਰਮਾਂ 'ਚ ਇਹ ਹੁੰਦਾ ਕਿ ਉਹ ਇਹਨਾਂ ਦੇ ਵਿੱਚ ਹੀ ਵਸਿਆ ਰਹਿੰਦਾ, ਪਰ ਜਿਹੜਾ ਅਸਲੀ ਹੈ ਉਹ ਆਪਣੇ ਤਨ ਔਰ ਮਨ ਦੀ ਮਦਾਨੀ ਬਣਾਉਂਦਾ ਔਰ ਮਟਕੀ ਬਣਾਉਂਦਾ, ਆਪਣੇ ਆਪ ਨੂੰ ਮੰਥਨ ਕਰਦਾ ਆਪਣੇ ਅੰਦਰ, ਅਤੇ ਫਿਰ ਇਸ ਤਰ੍ਹਾਂ ਕਰਕੇ ਆਪਣੀਆਂ ਹੱਡੀਆਂ ਵਿੱਚੋਂ, ਇਸੇ ਦੇ ਵਿੱਚੋਂ ਉਹ ਮੱਖਣ ਕੱਢ ਲੈਂਦਾ ਜਿਹੜਾ ਸੱਚੇ ਦਾ ਮੱਖਣ, ਜਿਹੜਾ ਅਸਲੀ ਮੱਖਣ, ਜਿਸ ਨੂੰ ਸਾਡੇ ਸੰਤ ਸੂਫੀ ਇਸ਼ਕ ਕਹਿੰਦੇ ਨੇ, ਆਸ਼ਕੀ ਕਹਿੰਦੇ ਨੇ, ਪ੍ਰੇਮ ਕਹਿੰਦੇ ਨੇ, ਅੱਲਾ, ਬਾਹੂ ਗੁਰੂ, ਖੁਦਾ, ਪਰਮਾਤਮਾ, ਈਸ਼ਵਰ ਕਹਿੰਦੇ ਨੇ। ਫਿਰ ਸਾਡੇ ਸੁਲਤਾਨ ਬਾਹੂ ਜੀ ਕਹਿੰਦੇ ਨੇ ਜਿਹੜਾ ਇਸ ਦੌੜ ਦੇ ਵਿੱਚੋਂ ਗੁਜ਼ਰਦਾ, ਇਸ ਰਸਤੇ ਨੂੰ ਤੈਅ ਕਰਦਾ ਹੈ, ਇਸ ਨੂੰ ਝੇਲਦਾ ਹੋਇਆ ਜਾਂਦਾ ਹੈ, ਅਤੇ ਉਹ ਫਿਰ ਅੱਗੇ ਜਾ ਕੇ ਕਿਸ ਤਰ੍ਹਾਂ ਬਿਆਨ ਕਰਦੇ ਨੇ ਆਪਣਾ ਦੁੱਖ, ਕਿ ਕੀ ਬੀਤਦੀ ਉਸਦੇ ਜਦੋਂ ਇਹ ਅਸਲੀਅਤ ਨੂੰ ਉਹ ਦੇਖ ਲੈਂਦੇ ਨੇ। ਇਹ ਇਸ਼ਕ ਦੀ ਬਾਲ ਹੱਡਾਂ ਦਾ ਬਾਲਣ, ਆਸ਼ਿਕ ਵੈ ਸੇਕਦੇ, ਖੱਤ ਕੇ ਜਾਨ ਜਿਗਰ ਵਿੱਚ ਆਰਾ, ਬੇਖ ਕਬਾਬ ਤਲਦੇ ਹੋ।
ਸਰਗਦਾ ਫਿਰਨ ਹਰ ਵੇਲੇ, ਖੂਨ ਜਿਗਰ ਦਾ ਪੀਂਦੇ ਹੋ, ਹੋਏ ਹਜ਼ਾਰਾਂ ਆਸ਼ਕ ਬਾਹੂ, ਇਸ਼ਕ ਨਸੀਬ ਕਿਨਾਂ ਦੇ। ਕਿ ਸੁਲਤਾਨ ਬਾਬੂ ਜੀ ਕਹਿੰਦੇ ਹਨ ਕਿ ਇਹ ਇਸ਼ਕ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਬੰਦਾ ਆਪਣੇ ਹੀ ਹੱਡਾਂ ਦਾ ਬਾਲਣ ਬਾਲ ਕੇ ਸੇਕਦਾ ਹੈ, ਕਿ ਜਿਹੜੇ ਆਸ਼ਕ ਨੇ ਫਿਰ ਆਪਣੇ ਹੀ ਹੱਡਾਂ ਦਾ ਬਾਲਣ ਬਾਲ ਕੇ ਬੈਠਦੇ ਨੇ, ਨਾ ਦੁੱਖ ਬਿਆਨ ਕਰਦੇ ਨੇ। ਇਸ ਤਰ੍ਹਾਂ ਉਸ ਦੌਰ ਦੇ ਵਿੱਚੋਂ ਗੁਜ਼ਰਦਾ ਕਿ ਅੰਦਰ ਸਾਡੇ ਇਸ ਤਰ੍ਹਾਂ ਇੱਕ ਆਰਾ ਚੱਲਦਾ ਪਿਆ, ਜ਼ਿਕਰ ਦੇ ਵਿੱਚ ਸਾਡੇ ਆਰਾ ਚੱਲਦਾ, ਜਿੱਦਾਂ ਕਿਸੇ ਨੇ ਘੁਸੇੜ ਦਿੱਤਾ ਹੁੰਦਾ ਆਰਾ, ਬੇਕਬਾਬ ਤਲਦੇ ਕਬਾਬ ਦੀ ਤਰ੍ਹਾਂ ਬੰਦਾ ਤਲਿਆ ਜਾਂਦਾ, ਹੈਰਾਨ ਪਰੇਸ਼ਾਨ ਫਿਰਦਾ ਹਰ ਵੇਲੇ। ਜਿਸਨੇ ਸੱਚ ਨੂੰ ਸਮਝ ਲਿਆ, ਜਿਸਨੇ ਝੂਠ ਦੇ ਪਰਦੇ ਹਟਾ ਦਿੱਤੇ ਆ, ਹਰ ਵੇਲੇ ਹੈਰਾਨ ਪਰੇਸ਼ਾਨ ਦੁੱਖ ਵਿੱਚ ਫਿਰਦਾ ਹਰ ਪਾਸੇ, ਔਰ ਆਪਣੇ ਹੀ ਜਿਗਰ ਦਾ ਖੂਨ ਪੀਂਦਾ, ਜਿਸ ਤਰ੍ਹਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ। ਹੋਏ ਹਜ਼ਾਰਾਂ ਆਸ਼ਕ ਬਾਹੂ, ਇਸ਼ਕ ਨਸੀਬ ਕਿਨਾਂ ਦੇ। ਕਿ ਹਜ਼ਾਰਾਂ ਦੁਨੀਆ ਦੇ ਵਿੱਚ ਆਸ਼ਕ ਬਣ ਕੇ ਫਿਰਦੇ ਨੇ, ਜਿਹੜੇ ਹਰ ਰੋਜ਼ ਮੱਖਣ ਦੁੱਧ ਦਹੀਂ ਰਿੜਕਦੇ ਆ, ਜਿਹੜੇ ਕਰਮ ਕਾਂਡ ਕਰਦੇ ਨੇ, ਜਿਹੜੇ ਇਹ ਰਸਮਾਂ ਰੀਤੀ ਰਿਵਾਜ਼ਾਂ 'ਚ ਫਸੇ ਹੋਏ ਨੇ, ਕਰਮ ਕਾਂਡਾਂ 'ਚ ਫਸੇ। ਉਹ ਤਾਂ ਕਹਿੰਦਾ ਹਜ਼ਾਰਾਂ ਆਸ਼ਕ ਫਿਰਦੇ ਨੇ ਬਾਹੂ ਵੀ, ਪਰ ਇਸ਼ਕ ਨਸੀਬ ਕਿਨਾਂ ਦੇ। ਉਹ ਇਸ਼ਕ ਕਿਨਾਂ ਦੇ ਨਸੀਬ ਆ ਜਿਹੜਾ ਹਰ ਵੇਲੇ ਹੈਰਾਨ ਪਰੇਸ਼ਾਨ ਫਿਰਦਾ, ਹਰ ਵੇਲੇ ਜਿਹੜਾ ਕਬਾਬ ਦੀ ਤਰ੍ਹਾਂ ਤਲਿਆ ਜਾਂਦਾ ਇਸ ਇਸ਼ਕ ਦੇ ਵਿੱਚ, ਜਿਸ ਦੇ ਸੀਨੇ ਦੇ ਵਿੱਚ ਜਿਗਰ ਦੇ ਵਿੱਚ ਉਹ ਆਰਾ ਘੁਸੇੜ ਦਿੱਤਾ ਜਾਂਦਾ ਹੈ, ਜਿਹੜਾ ਆਪਣੇ ਹੱਡਾਂ ਦਾ ਬਾਲਣ ਬਾਲ ਕੇ ਸੇਕਦਾ ਆਸ਼ਕ ਬਣ ਕੇ ਸੱਚ ਦਾ। ਕਿ ਇੱਦਾਂ ਦੇ ਆਸ਼ਕ ਕਿੱਥੇ ਆ, ਉਹ ਨਸੀਬ ਕਿਹਨਾਂ ਦੇ ਆ। ਦੇਖਿਆ ਤਾਂ ਤੁਸੀਂ ਕਦੀ ਕੋਈ ਕਿਸੇ ਬਾਬੇ ਨੂੰ, ਕਿਸੇ ਸੰਤ ਨੂੰ, ਚੱਲ ਆਮ ਇਨਸਾਨ ਨੂੰ ਤਾਂ ਛੱਡੋ, ਉਹਨਾਂ ਨੂੰ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਦੇਖਿਆ। ਉਹਨਾਂ ਦੇ ਮੂੰਹ 'ਤੇ ਸੰਭਾਲੀ ਹੀ ਨਹੀਂ ਜਾਂਦੀ, ਉਹਨਾਂ ਦੀ ਸ਼ਕਲ ਸੂਰਤ ਦੇਖ ਕੇ ਦੇਖ ਕੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਫਿਕਰ ਹੋਊਗਾ। ਉਹਨਾਂ ਦੇ ਹੈਰਾਨ ਪਰੇਸ਼ਾਨ ਹੋ ਕੇ ਕਿਉਂ ਹੁੰਦਾ ਇੱਕ ਆਸ਼ਿਕ ਹੈਰਾਨ? ਕਿਉਂਕਿ ਉਸਨੇ ਜੋ ਦੇਖ ਲਿਆ ਆ ਉਹ ਦੂਸਰਿਆਂ ਨੂੰ ਸਮਝਾ ਨਹੀਂ ਪਾ ਰਿਹਾ, ਔਰ ਦੁਨੀਆ ਦਾ ਹਾਲ ਵੀ ਨਹੀਂ ਦੇਖ ਸਕਦਾ। ਇੰਨਾ ਦਰਦ ਬਿਆਨ ਹੁੰਦਾ, ਉਹ ਦਰਦ ਹੁੰਦਾ ਇਨਸਾਨ ਕਿ ਤੁਸੀਂ ਨਕਲੀ ਆਸ਼ਿਕ ਬਣੀ ਫਿਰਦੇ ਹੋ, ਔਰ ਫਿਰ ਤੁਸੀਂ ਦੂਸਰਿਆਂ ਨੂੰ ਬੇਵਕੂਫ ਬਣਾ ਰਹੇ ਹੋ। ਔਰ ਉਹਨਾਂ ਨਾਲ ਬੀਤ ਚੁੱਕੀ ਹੁੰਦੀ ਹੈ, ਉਹਨਾਂ ਨੂੰ ਦਰਦ ਮਹਿਸੂਸ ਹੋ ਕੀਤਾ ਆ, ਉਹ ਆਸ਼ਕੀ ਵੀ ਮਹਿਸੂਸ ਕੀਤੀ, ਉਹ ਦਰਦ ਵੀ ਮਹਿਸੂਸ ਕੀਤਾ, ਉਸ ਦੌਰ 'ਚੋਂ ਗੁਜ਼ਰ ਗਏ, ਉਸ ਮੂਮੈਂਟ 'ਚੋਂ ਗੁਜ਼ਰੇ ਆ, ਉਸ ਪਲ 'ਚੋਂ ਗੁਜ਼ਰ ਰਹੇ ਨੇ। ਔਰ ਫਿਰ ਦੂਸਰਿਆਂ ਨੂੰ ਦੇਖਦੇ ਆ ਜਦੋਂ ਡਰਾਮਾ ਕਰਦੇ, ਜਿਹੜੇ ਰਸਮਾਂ ਨਿਭਾ ਰਹੇ ਨੇ, ਰੀਤੀ ਰਿਵਾਜ ਕਰ ਰਹੇ ਨੇ, ਝੂਠ ਨੂੰ ਸੱਚ ਕਰਕੇ ਪੇਸ਼ ਕਰ ਰਹੇ ਨੇ, ਉਹ ਫਿਰ ਆਪਣਾ ਦਰਦ ਪੈਦਾ ਕਰਦਾ। ਫਿਰ ਜਿਸ ਨੂੰ ਵੀ ਉਹ ਜਗਾਉਣਾ ਚਾਹੁੰਦੇ ਉਹੀ ਉਸ ਦਾ ਵਿਰੋਧ ਕਰਦਾ, ਉਹੀ ਉਹਦੇ ਮਗਰ ਸੋਟੇ ਲੈ ਕੇ ਮਗਰ ਫਿਰਦਾ, ਸੋਟੇ ਸੂਲੀਆਂ ਜੋ ਕੁਛ ਵੀ ਉਹਨਾਂ ਨਾਲ ਹੋਇਆ, ਤੁਸੀਂ ਇਹ ਸਭ ਕੁਛ ਫਿਰ ਉਹ ਕਰਦੇ ਨੇ ਆਪਣੇ ਇਸ ਝੂਠੇ ਮਥਨ ਨੂੰ ਲੁਕਾਉਣ ਲਈ, ਝੂਠੀ ਬੰਦਗੀ ਨੂੰ, ਝੂਠੇ ਨਿਯਮਾਂ ਨੂੰ, ਰੀਤੀ ਰਿਵਾਜਾਂ ਨੂੰ, ਅਸਲੀ ਬੰਦਗੀ ਇਹਨੂੰ ਤੋਂ ਪਰਦਾ ਕਿਉਂ ਹਟਾ ਰਹੇ ਹੋ ਤੁਸੀਂ? ਇਸ ਕਰਕੇ ਉਸ ਨੂੰ ਫਿਰ ਮਾੜਾ ਕਹਿੰਦੇ ਆ, ਜਿਹੜਾ ਰਸਤਾ ਦਿਖਾਉਣਾ ਚਾਹੁੰਦਾ। ਕਿ ਸੁਲਤਾਨ ਬਾਹੂ ਕਹਿੰਦੇ ਕਿ ਇੱਕ ਜਿਹੜਾ ਆਸ਼ਿਕ ਆ, ਇਸ਼ਕ ਦੀ ਅੱਗ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਲੱਕੜੀਆਂ ਦੀ ਅੱਗ ਨਹੀਂ, ਬਲਕਿ ਆਸ਼ਿਕ ਆਪਣੀਆਂ ਹੱਡੀਆਂ ਦਾ ਕੋਲਾ ਕਰਕੇ ਜਿਸ ਤਰ੍ਹਾਂ ਨਾ ਜਲਾਉਂਦਾ, ਕੋਲੇ ਤੋਂ ਇੱਕ ਸੇਕ ਪੈਦਾ ਹੁੰਦਾ, ਕੋਲਾ ਇੰਧਨ ਜਿਹਨੂੰ ਕਹਿ ਦਿੰਦੇ ਆ। ਜਿੱਦਾਂ ਕਾਰ ਗੱਡੀ ਵਿੱਚ ਵੀ ਪੈਟਰੋਲ ਪੈਂਦਾ, ਅਤੇ ਉਹਨਾਂ ਦਾ ਇਹ ਪੈਟਰੋਲ ਆ। ਆਸ਼ਿਕ ਜਦੋਂ ਆਪਣੇ ਆਪ ਨੂੰ ਜਾਲਦਾ ਹੈ, ਇੱਕ ਇੰਧਨ ਪੈਦਾ ਹੁੰਦਾ, ਇੱਕ ਗਰਮਾਹਟ, ਇੱਕ ਇਸ਼ਕ ਪੈਦਾ ਹੁੰਦਾ ਵੇ। ਅਤੇ ਇਹ ਜਿਹੜਾ ਤਾਪ ਹੈ ਫਿਰ ਜੋ ਇਨਸਾਨ ਹੰਕਾਰ ਨੂੰ ਜਲਾ ਕੇ ਰਾਖ ਕਰ ਦਿੰਦਾ ਹੈ। ਕਿ ਆਮ ਇਨਸਾਨ ਤਾਂ ਸਿਰਫ ਆਪਣੀ ਭੁੱਖ ਰੋਜ਼ਾ ਜਿਹੜਾ ਰੱਖਦੇ, ਵਰਤ ਰੱਖਦੇ ਆ, ਉਹੀ ਬਰਦਾਸ਼ਤ ਨਹੀਂ ਕਰ ਪਾਉਂਦਾ, ਉਹਦੇ ਵਿੱਚ ਔਰ ਇਹ ਆਪਣਾ ਇੰਨਾ ਦੁੱਖ ਬਿਆਨ ਕਰਦੇ ਪਏ ਨੇ। ਪਰ ਆਸ਼ਿਕ ਆਪਣੀ ਹਸਤੀ ਹੀ ਪੂਰੀ ਅੱਗ ਦੇ ਵਿੱਚ ਝੋਂਕ ਦਿੰਦਾ। ਜਿਹੜਾ ਸੀ ਇਹ ਸਰੀਰ ਸਾਨੂੰ ਮਿਲਿਆ, ਜਿਹੜਾ ਸਾਨੂੰ ਇਹ ਭੋਜਨ ਵੀ ਖਾਂਦੇ ਆ, ਇਹ ਸਭ ਕੁਛ ਇੱਕ ਤਰ੍ਹਾਂ ਦਾ, ਇਹ ਵੀ ਇੱਕ ਊਰਜਾ ਜਿਸ ਤਰ੍ਹਾਂ ਸਾਨੂੰ ਮਿਲੀ ਸੀ ਉਸ ਪਾਰ ਜਾਣੇ ਲਈ।
ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਸੁਲਤਾਨ ਬਾਹੂ ਕਹਿ ਰਿਹਾ ਕਿ ਸਾਨੂੰ ਪਾਰ ਜਾਣੇ ਲਈ ਮਿਲੇ ਸੀ, ਪਰ ਅਸੀਂ ਉਹ ਹੱਡਾਂ ਦਾ ਬਾਲਣ ਕਦੀ ਬਣਾਇਆ ਹੀ ਨਹੀਂ। ਕਿ ਆਸ਼ਿਕ ਜਿਹੜਾ ਆ ਹੱਡਾਂ ਦਾ ਬਾਲਣ ਬਾਲ ਕੇ ਸੇਕਦਾ, ਪਰ ਆਮ ਇਨਸਾਨ ਕਿੱਥੇ ਸੇਕਦਾ, ਇੰਨਾ ਆਪਣੇ ਆਪ ਨੂੰ ਕਿੱਥੇ ਤਪਾਉਂਦਾ। ਇੱਥੇ ਇਹ ਨਹੀਂ ਕਿ ਇੱਕ ਪੈਰ 'ਤੇ ਖੜੇ ਹੋ ਜਾਣਾ, ਜਿਸ ਤਰ੍ਹਾਂ ਕਹਿੰਦੇ ਨੇ ਇੰਨੇ ਸਾਲ ਪੈਰਾਂ 'ਤੇ ਖੜਿਆ ਜੇ ਕਰਿਆ। ਇੱਥੇ ਇਹ ਹੈ ਕਿ ਤੁਸੀਂ ਛਣਨੀ ਦੀ ਤਰ੍ਹਾਂ ਛਾਣ ਲੈਣਾ। ਅਸੀਂ ਕਿੱਦਾਂ ਕਹਿੰਦੇ ਹੋ, ਇੱਕ ਪੰਜਾਬੀ ਗਾਣਾ, ਛੱਜ ਛਟਾ ਛਟਿਆ, ਅਤੇ ਪਤਾ ਨਹੀਂ ਪੁਰਾਣਾ ਗਾਣਾ ਕਿ ਛੱਜ ਦੀ ਤਰ੍ਹਾਂ ਛੱਟ ਛਟਾ ਛਟਿਆ ਹੈ, ਸਾਰਾ ਕੂੜਾ ਬਾਹਰ ਕਰ ਦਿੱਤਾ ਵੀ ਛੱਟ ਕੇ ਆਪਣੇ ਮਨ ਦਾ। ਇਸੇ ਤਰ੍ਹਾਂ ਵੀ ਕਹਿ ਰਹੇ ਉਹ ਪੀੜਾ, ਉਸ ਦੀ ਪੀੜਾ ਬਿਆਨ ਕਰ ਰਹੇ ਕਿ ਅਸੀਂ ਛੱਜ ਦੀ ਤਰ੍ਹਾਂ ਸਾਨੂੰ ਛੱਟ ਦਿੱਤਾ ਆਪਣੇ ਆਪ ਨੂੰ, ਕਿ ਸਾਰਾ ਕੁਛ ਬਾਹਰ ਕਰ ਦਿੱਤਾ ਜੋ ਨਹੀਂ ਸਾਡਾ ਸੀ, ਜੋ ਨਕਲੀਪਨ ਸੀ ਸਾਰਾ ਬਾਹਰ ਕਰ ਦਿੱਤਾ। ਉਸ ਲਈ ਇਹ ਸਰੀਰ ਮਿਲਿਆ ਸੀ, ਇਹ ਊਰਜਾ ਮਿਲੀ ਸੀ, ਇਹ ਖਾਣਾ ਵੀ ਉਸ ਊਰਜਾ ਵੱਲ ਨੂੰ ਲੈ ਕੇ ਜਾਣੀ ਸੀ ਗੱਡੀ, ਪਰ ਅਸੀਂ ਕਦੀ ਲੈ ਕੇ ਨਹੀਂ ਗਏ। ਸੁਲਤਾਨ ਬਾਹੂ ਕਹਿੰਦਾ ਕਿ ਅਸੀਂ ਇਸ ਤਰ੍ਹਾਂ ਕਰਦੇ ਹਾਂ, ਆਪਣੀ ਉਹ ਵਿਆਖਿਆ ਕਰ ਰਹੇ ਆ, ਸਮਝਾ ਰਹੇ ਆ ਕਿ ਅਸੀਂ ਇਸ ਤਰ੍ਹਾਂ ਕਰਦੇ। ਔਰ ਆਮ ਇਨਸਾਨ ਸਿਰਫ ਰੋਜ਼ੇ ਰੱਖ ਕੇ, ਵਰਤ ਰੱਖ ਕੇ, ਭੁੱਖੇ ਰਹਿ ਕੇ, ਬਾਹਰ ਦੇ ਰਸਮਾਂ ਰੀਤੀ ਰਿਵਾਜ ਕਰਕੇ ਹੀ ਉਸ ਨੂੰ ਦਿਖਾ ਰਿਹਾ ਹੈ ਕਿ ਮੈਂ ਕਰ ਰਿਹਾ, ਮੈਂ ਸੱਚਾ ਭਗਤ ਹਾਂ, ਮੈਂ ਸੱਚਾ ਆਸ਼ਿਕ ਹਾਂ, ਮੈਂ ਧਾਰਮਿਕ ਹਾਂ। ਅਤੇ ਜਿਹੜਾ ਦੂਸਰਾ, ਉਹਨੂੰ ਤਾਂ ਹੈਰਾਨੀ ਆਏਗੀ, ਉਹ ਸਮਝਾ ਵੀ ਨਹੀਂ ਸਕਦਾ ਦੂਸਰੇ ਨੂੰ, ਆਪਣੀ ਪੀੜਾ ਵੀ ਬਿਆਨ ਨਹੀਂ ਕਰ ਸਕਦਾ, ਕਿਉਂਕਿ ਸਮਝਣੇ ਦੀ ਔਕਾਤ ਕਿਸੇ ਦੀ ਨਹੀਂ। ਇੰਨੀ ਗਹਿਰੀ ਗੱਲ ਸਮਝ ਸਕਣ ਕੋਈ ਉਸ ਕਾਬਲ ਹੋਇਆ ਜਾਂਦਾ, ਇੰਨੀ ਗਹਿਰੀ ਸਮਝਣ ਲਈ। ਅਤੇ ਸੁਲਤਾਨ ਬਾਹੂ ਜੀ ਕਹਿੰਦੇ ਨੇ ਜਿਹੜਾ ਇੱਕ ਆਸ਼ਿਕ ਆ, ਉਹਨੇ ਆਪਣੇ ਅੰਦਰ, ਆਪਣੇ ਜਿਗਰ ਵਿੱਚ ਇਸ਼ਕ ਦਾ ਆਰਾ ਚਲਾਇਆ ਹੈ। ਜਿਸ ਤਰ੍ਹਾਂ ਕੁਬਾਵ ਅੱਗ ਦੇ ਉੱਤੇ ਭੁੰਨੇ ਜਾਂਦੇ ਨੇ, ਇਸ ਤਰ੍ਹਾਂ ਇੱਕ ਆਸ਼ਿਕ ਦਾ ਹਿਰਦਿਆ ਰੂਹਾਨੀ ਤੜਫ ਵਿੱਚ ਭੁੰਨਿਆ ਜਾਂਦਾ ਹੈ। ਉਸ ਨੀਤੀ ਦੀ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦਾ, ਸਭ ਕੁਛ ਇਹਨੂੰ ਨਕਾਰਦਾ ਜਾਂਦਾ ਦ੍ਰਿੜਤਾ ਦੇ ਨਾਲ। ਉਸ ਦੇ ਵਿੱਚ ਤਾਂ ਹੀ ਕਹਿੰਦੇ ਕਿ ਨਾ ਮਰਦ ਨਾ ਮਰਦ ਤਨ ਖੁਲਸਾ ਬਾਹੂ, ਜਦੋਂ ਕਿ ਇੱਕ ਕੁਰਬਾਨੀ ਦੇਣੀ ਪੈਂਦੀ ਹੈ, ਨੀਤੀ ਕਰਨੀ ਪੈਂਦੀ ਹੈ, ਝੂਠ ਨੂੰ ਹਟਾਉਂਦੇ ਜਾਣਾ, ਕਿ ਹਟਾਉਣਾ ਕੋਈ ਨਹੀਂ ਚਾਹੁੰਦਾ, ਜੋੜਨਾ ਸਾਰੇ ਜਾਂਦੇ ਆ। ਜਿਸ ਤਰ੍ਹਾਂ ਧਰਮ ਇੰਨਾ ਕੁ ਹੁੰਦਾ ਆ, ਇੰਨਾ ਕੁ ਮੰਦਰ ਗੁਰਦੁਆਰੇ ਤੋਂ ਸ਼ੁਰੂ ਕਰਦੇ, ਲੋਕ ਅੱਡਾ ਬਣਾ ਲੈਂਦੇ ਆ, ਕਰ ਕਰਕੇ ਅੱਡਾ ਕਰ ਲੈਂਦੇ, ਹੰਕਾਰ ਨੂੰ ਮੋਟਾ ਕਰ ਰਹੇ ਹੁੰਦੇ। ਔਰ ਸੰਤ ਕਹਿੰਦਾ ਕਿ ਮਿਟਣੇ ਨੂੰ ਕਹਿ ਰਿਹਾ, ਸਭ ਕਾਸੇ ਨੂੰ ਮਿਟਣੇ ਨੂੰ। ਉਹ ਕਹਿੰਦਾ ਕੋਈ ਧਰਮ ਨਹੀਂ, ਕੋਈ ਜਾਤੀ ਨਹੀਂ, ਕੋਈ ਕੁਛ ਨਹੀਂ, ਸਿਰਫ ਆਪਣੇ ਆਪ ਨੂੰ ਜਾਣਨਾ ਹੀ ਅਸਲੀ ਧਰਮ ਹੈ, ਆਪਣੇ ਹੰਕਾਰ ਨੂੰ ਮਿਟਾ ਦੇਣਾ ਹੀ। ਹੰਕਾਰ ਹੀ ਕੁਛ ਬਣ ਕੇ ਬੈਠਾ ਹੈ, ਜਦੋਂ ਮਿਟ ਜਾਂਦਾ ਸਾਰਾ ਕੁਛ ਮਿਟ ਜਾਂਦਾ, ਕਿ ਉਹ ਆਪਣੇ ਅੰਦਰੋਂ ਹਰ ਚੀਜ਼ ਨੂੰ ਕੱਟ ਕੇ ਸੁੱਟ ਦਿੰਦਾ, ਅਲੱਗ ਕਰ ਦਿੰਦਾ, ਜਿਹੜੀ ਆਪਣੇ ਪਰਮਾਤਮਾ ਦੇ ਰਸਤੇ ਦੇ, ਸੱਚ ਦੇ ਰਸਤੇ ਵਿੱਚ ਵਾਧਾ ਬਣਦੀ ਹੈ, ਰੁਕਾਵਟ ਬਣਦੀ ਹੈ, ਉਸਨੂੰ ਹਟਾ ਦਿੰਦਾ। ਫਿਰ ਰਿਸ਼ਤੇ ਹੋਣ, ਧਰਮ ਹੋਵੇ, ਕੁਛ ਵੀ ਸੰਸਾਰਿਕ ਜੋ ਵੀ ਚੀਜ਼ਾਂ ਨੇ, ਉਸਨੂੰ ਹਟਾ ਦਿੰਦਾ। ਔਰ ਹਟਾਉਣਾ ਬਹੁਤ ਦੁਖਦਾਇਕ ਹੈ, ਇਸ ਲਈ ਆਪਣਾ ਉਹ ਦੁੱਖ ਬਿਆਨ ਕਰ ਰਹੇ ਕਿ ਅਸੀਂ ਇਸ ਦੁੱਖ ਦੇ ਦੌਰ ਦੇ ਵਿੱਚੋਂ ਗੁਜ਼ਰੇ ਹਾਂ। ਔਰ ਆਮ ਇਨਸਾਨ ਸਿਰਫ ਦਾਅਵੇ ਕਰਦਾ ਪਿਆ, ਸਰਗਰਦਾ ਫਿਰਨ ਹਰ ਵੇਲੇ, ਖੂਨ ਜਿਗਰਦਾ ਪੀਂਦੇ ਹੋ। ਸੁਲਤਾਨ ਬਾਹੂ ਜੀ ਕਹਿੰਦੇ ਨੇ ਸਰਗਰਦਾ ਜਾਣੀ ਕਿ ਜਿਹੜਾ ਬੇਹਾਲ ਆ, ਹੈਰਾਨ ਪਰੇਸ਼ਾਨ ਆ। ਦੁਨੀਆ ਦੀ ਨਜ਼ਰ ਵਿੱਚ ਆਸ਼ਿਕ ਇੱਕ ਪਾਗਲ ਹੁੰਦਾ, ਦੁਖੀ ਲੱਗਦਾ ਲੋਕਾਂ ਨੂੰ ਕਿ ਬਹੁਤ ਦੁੱਖ ਵਿੱਚ ਆ, ਔਰ ਉਹਦਾ ਦੁੱਖ ਦੁਨੀਆ ਨਾਲੋਂ ਅਲੱਗ ਹੁੰਦਾ, ਪਰ ਉਹ ਦੁਖੀ ਜ਼ਰੂਰ ਹੁੰਦਾ, ਬਹੁਤ ਜ਼ਿਆਦਾ ਦੁਖੀ ਹੁੰਦਾ, ਅਸਲੀ ਦੁਖੀ ਹੋਈ ਆ। ਪਰ ਆਪਣੇ ਹੀ ਜਿਗਰ ਦਾ ਉਹ ਖੂਨ ਪੀਂਦਾ ਹੈ। ਅਤੇ ਖੂਨ ਪੀਣ ਦਾ ਮਤਲਬ ਕਿ ਆਪਣੀ ਵਾਸਨਾ, ਆਪਣੀ ਇੱਛਾ ਨੂੰ, ਆਪਣੀ ਮੈਂ ਨੂੰ ਖੁਦ ਹੀ ਖਤਮ ਕਰ ਦਿੰਦਾ, ਦੁਆ ਨਹੀਂ ਕਰ ਸਕਦਾ। ਲੋਕੀ ਭੱਜਦੇ ਆ ਮੰਦਰਾਂ ਗੁਰਦੁਆਰਿਆਂ ਵੱਲ ਨੂੰ ਕਿ ਉੱਥੇ ਮੇਰਾ ਕੋਈ ਖਤਮ ਕਰ ਦੇਗਾ, ਜਾਂ ਬਾਬਿਆਂ ਦੇ ਕੋਲੋਂ ਨਾਮ ਲੈਂਦੇ, ਬਾਬਿਆਂ ਦੇ ਕੋਲ ਜਾਂਦੇ ਆ, ਉੱਥੇ ਜਾ ਕੇ ਕੁਛ ਹੋ ਜਾਏ। ਉਹ ਕਹਿੰਦਾ ਨਹੀਂ, ਅਸੀਂ ਖੁਦ ਹੀ ਆਪਣਾ ਕਤਲ ਕਰਨਾ, ਆਪਣੀ ਵਾਸਨਾਵਾਂ ਨੂੰ, ਆਪਣੀਆਂ ਇੱਛਾਵਾਂ ਨੂੰ, ਆਪਣੀ ਮੈਂ ਨੂੰ ਅਲੱਗ ਡਾਇਰੈਕਸ਼ਨ 'ਚ ਲੈ ਕੇ ਜਾਣਾ। ਇਹ ਖਤਮ ਨਹੀਂ ਹੋ ਸਕਦੀਆਂ, ਪਰ ਇਹਨਾਂ ਦੀ ਡਾਇਰੈਕਸ਼ਨ ਬਦਲੀ ਜਾ ਸਕਦੀ ਹੈ, ਸੱਚ ਵੱਲ ਨੂੰ ਮੋੜੀਆਂ ਜਾ ਸਕਦੀਆਂ, ਸਹੀ ਦਿਸ਼ਾ ਨੂੰ ਮੋੜੀਆਂ ਜਾ ਸਕਦੀਆਂ। ਅਤੇ ਆਪੇ ਹੀ ਕਹਿੰਦਾ ਅਸੀਂ ਆਪਣੇ ਜਿਗਰ ਦਾ ਖੂਨ ਪੀਂਦੇ ਹਾਂ, ਫਿਰ ਇੰਨਾ ਦੁੱਖ ਬਿਆਨ ਕਰਦੇ ਆ। ਉਹ ਬਾਹਰੋਂ ਕੁਛ ਨਹੀਂ ਮੰਗਦੇ, ਪਰ ਆਪਣੇ ਅੰਦਰ ਦੇ ਦਰਦ ਨੂੰ ਹੀ ਆਪਣੀ ਖੁਰਾਕ ਬਣਾ ਲੈਂਦੇ ਆ।
संत सूफी लिए दर्द बहुत, मैं कहूँगी कीमती है, असली हीरा। दर्द ही दर्द मेरा हाल, ये दर्द भी बड़ा अनमोला, बड़ा कीमती, बड़ा कीमती है। ये भी दर्द किसी किसी ਨੂੰ ਮਿਲਦਾ, ਸੰਸਾਰੀ ਦਰਦ ਤੋਂ ਜੋ ਤਾਂ ਹਰ ਇਨਸਾਨ ਡੁੱਬਿਆ ਫਿਰਦਾ। ਫਿਰ ਕਹਿੰਦੇ ਹੋਏ ਹਜ਼ਾਰਾਂ ਆਸ਼ਿਕ ਬਾਹੂ ਇਸ਼ਕ ਨਸੀਬ ਕੇ ਨਾ ਦੇ, ਕਿ ਦੁਨੀਆ ਵਿੱਚ ਹਜ਼ਾਰਾਂ ਹੀ ਲੋਕੀ ਦਾਵਾ ਕਰਦੇ ਫਿਰਦੇ ਨੇ ਇਸ ਇਸ਼ਕ ਦਾ, ਇਸ ਧਾਰਮਿਕਤਾ ਦਾ, ਇਸ ਇਬਾਦਤ ਦਾ, ਪਰ ਸੱਚਾ ਆਸ਼ਿਕ ਕੌਣ ਹੈ ਇੱਥੇ? ਕਿਸ ਕਿਸ ਦੇ ਨਸੀਬ 'ਚ ਆਉਂਦਾ ਉਹ? ਕਿਸ ਨੂੰ ਸੱਚਾ ਇਸ਼ਕ ਮਿਲਦਾ? ਆਸ਼ਿਕ ਕਹਿਣਾ ਤਾਂ ਬੜਾ ਆਸਾਨ ਆ। ਲੋਕ ਜਿਹੜੇ ਝੰਡੇ ਉਠਾਈ ਫਿਰਦੇ ਨੇ ਧਰਮ ਦੇ ਨਾਂ 'ਤੇ, ਸੜਕਾਂ 'ਤੇ ਸ਼ੋਰ ਮਚਾਉਂਦੇ ਨੇ, ਕਰਮ ਕਾਂਡ ਕਰਦੇ ਫਿਰਦੇ ਨੇ। ਕਿਸੇ ਨੂੰ ਸੋਨੇ ਦੀ ਰੱਟ ਲੱਗੀ ਆ ਕਿ ਸੋਨੇ 'ਚ ਮੈਂ ਆਜੜਾ ਲਾਂ, ਮੈਂ ਉਹਦਾ ਨਾਂ ਆ ਰਖਾ ਲਾਂ, ਮੈਂ ਉਹ ਕਰ ਲਾਂ, ਮੈਂ ਉਹ ਕਰ ਲਾਂ। ਉਹ ਕਹਿੰਦਾ ਇਹ ਅਸਲੀ ਆਸ਼ਿਕ ਥੋੜ੍ਹੀ ਆ। ਕੌਣ ਹੋਇਆ ਅਸਲੀ ਆਸ਼ਿਕ? ਸੁਲਤਾਨ ਬਾਹੂ ਜੀ ਕਹਿ ਰਹੇ ਨੇ ਕਿ ਇਹ ਆਸ਼ਕੀ ਕਰਨਾ ਕੋਈ ਮਜ਼ਾਕ ਨਹੀਂ ਹੈ, ਬੱਚਿਆਂ ਦਾ ਖੇਲ ਨਹੀਂ ਹੈ ਕਿ ਤੁਸੀਂ ਝੰਡਾ ਉਠਾ ਕੇ ਖੜ੍ਹ ਗਏ ਹੋ ਸੋਨੇ ਚਾਂਦੀ ਦਾ, ਜਾਂ ਕਿਤੇ ਸ਼ੁਭ ਯਾਤਰਾਵਾਂ ਕੱਢ ਰਹੇ ਹੋ, ਜਾਂ ਨਾਅਰੇਬਾਜ਼ੀ ਲਾ ਰਹੇ ਹੋ, ਸ਼ਕਤੀ ਅਮਰ ਰਵੇ, ਜੇ ਹੋਵੇ ਉਹ ਹੋ ਜਾਵੇ। ਜਾਂ ਤੋ ਸੁਲਤਾਨ ਬਾਹੂ ਜੀ ਕਹਿ ਰਹੇ ਨੇ ਕਿ ਇਹ ਇਸ਼ਕ ਕਰਨਾ, ਇਹ ਬੰਦਗੀ ਕਰਨੀ ਕੋਈ ਮਜ਼ਾਕ ਨਹੀਂ ਹੈ ਕਿ ਕਿਤੇ ਕੱਪੜੇ ਭਾਵਰੇ ਪਾ ਕੇ ਜਾਂ ਕੋਈ ਸਫੇਦ ਕੱਪੜੇ ਪਾ ਕੇ ਕਿਸੇ ਜਗ੍ਹਾ 'ਤੇ, ਕਿਸੇ ਮੰਦਰ ਗੁਰਦੁਆਰੇ 'ਚ ਮਸਜਿਦ ਬੈਠ ਜਾਣਾ ਹੈ, ਜਾਂ ਕਿਸੇ ਮੰਦਰ ਗੁਰਦੁਆਰੇ ਜਾ ਕੇ ਮੱਥਾ ਟੇਕਾਣਾ, ਜਾਂ ਰੀਤੀ ਰਿਵਾਜ ਨਿਭਾ ਲੈਣੇ ਆ, ਜਾਂ ਭੁੱਖੇ ਰਹਿ ਕੇ ਬੰਦਗੀ ਇਹ ਹੋ ਜਾਂਦੀ ਹੈ। ਸੁਲਤਾਨ ਬਾਹੂ ਜੀ ਕਹਿ ਰਹੇ ਨੇ ਜਿਸ ਨੂੰ ਤੁਸੀਂ ਇਬਾਦਤ ਸਮਝ ਕੇ ਝੰਡੇ ਉਠਾਈ ਫਿਰਦੇ ਹੋ, ਸ਼ੋਰ ਸ਼ਰਾਬਾ ਕਰਦੇ ਹੋ, ਹਜ਼ਾਰ ਤਰ੍ਹਾਂ ਦੇ ਰੀਤੀ ਰਿਵਾਜ ਕਰਦੇ ਹੋ, ਪਰ ਇਹ ਤਾਂ ਆਪਣੀਆਂ ਹੱਡੀਆਂ ਦਾ ਇੰਧਨ ਬਣਾਉਣ ਦਾ ਕੰਮ ਆ। ਇਹ ਇਸ਼ਕ ਆਪਣੇ ਆਪ ਨੂੰ ਕਬਾਬ ਦੀ ਤਰ੍ਹਾਂ ਭੁੰਨਣੇ ਦਾ ਨਾਮ ਹੈ। ਕੀ ਸਾਡੇ ਵਿੱਚ ਉਹ ਮਰਦਾਨਗੀ ਹੈ ਕਿ ਅਸੀਂ ਆਪਣੀ ਜਾਨ ਜਿਗਰ ਦੇ ਅੰਦਰ ਉਹ ਆਰਾ ਚਲਾ ਸਕੀਏ, ਆਪਣੇ ਹੰਕਾਰ ਦੇ ਟੁਕੜੇ ਟੁਕੜੇ ਕਰ ਸਕੀਏ? ਹਜ਼ਾਰਾਂ ਲੋਕ ਖੁਦ ਨੂੰ ਧਾਰਮਿਕ ਕਹਿੰਦੇ ਨੇ, ਪਰ ਸੁਲਤਾਨ ਬਾਹੂ ਜੀ ਕਹਿੰਦੇ ਨੇ ਉਹ ਇਸ਼ਕ ਕਿਸੇ ਬਿਰਲੇ ਦੇ ਨਸੀਬ ਹੁੰਦਾ ਹੈ ਜੋ ਜੀਂਦਿਆਂ ਜੀ ਮਰ ਜਾਂਦਾ ਹੈ। ਕਿ ਤੁਸੀਂ ਇਹਨਾਂ ਰੋਜ਼ੇ ਵਰਤ ਰੀਤੀ ਰਿਵਾਜ ਰਸਮਾਂ ਦੀ ਸੀਮਾ ਤੋਂ ਪਾਰ ਲੰਘ ਕੇ ਕਿ ਉਸ ਇਸ਼ਕ ਵਿੱਚ ਉਤਰਨਾ ਚਾਹੋਗੇ, ਉਸ ਇਸ਼ਕ ਵਿੱਚ ਉਤਰਨੇ ਲਈ ਤਿਆਰ ਹੋ ਜਿੱਥੇ ਸਾਰਾ ਹੰਕਾਰ ਮਿਟ ਜਾਂਦਾ ਹੈ, ਸ਼ੂਨਿਆ ਹੋ ਜਾਂਦਾ ਹੈ, ਇਨਸਾਨ ਵਾਪਸ ਆਪਣੇ ਘਰ ਵਾਪਸ ਆ ਜਾਂਦਾ ਹੈ, ਆਪਣੇ ਸਰੋਤ ਨਾਲ ਜੁੜ ਜਾਂਦਾ ਹੈ। ਅਗਲੀ ਵਾਰ ਫਿਰ ਇਸੇ ਤਰ੍ਹਾਂ ਆਪਣੇ ਸੰਤਾਂ, ਸੂਫੀਆਂ, ਰਿਸ਼ੀਆਂ ਦੇ ਗਹਿਰੇ ਗਿਆਨ ਦੇ ਉੱਤੇ ਚਰਚਾ ਕਰਾਂਗੇ, ਤਾਂ ਕਿ ਇਹ ਹੰਕਾਰ ਦੀਆਂ ਦੀਵਾਰਾਂ ਗਿਰ ਸਕਣ ਔਰ ਅਸੀਂ ਹੋ ਸਕੀਏ, ਅਸੀਂ ਵਾਪਸ ਆਪਣੇ ਘਰ ਆ ਸਕੀਏ। ਨਮਸਕਾਰ, ਖੁਦਾ ਹਾਫਿਜ਼।